ਸਵਾਗਤ ਹੈ ਦੋਸਤੋ ਤੁਹਾਡਾ ਆਪਣਾ ਸਾਂਝਾ ਪੰਜਾਬ ਟੀਵੀ ਤੇ ਮੈਂ ਹਾਂ ਭੁਪਿੰਦਰ ਸਿੰਘ ਸੱਜਣ। ਦੋਸਤੋ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਐਲਾਨ ਕੀਤਾ ਗਿਆ ਕਿ 3 ਕਾਨੂੰਨ ਅਸੀਂ ਵਾਪਸ ਲੈ ਰਹੇ ਹਾਂ। ਹਾਲਾਂਕਿ ਉਹਨਾਂ ਦਾ ਇਹ ਕਹਿਣਾ ਹੈਗਾ ਮੋਦੀ ਹੋਰਾਂ ਦਾ ਕਿ ਕਿਸਾਨਾਂ ਨੂੰ ਅਸੀਂ ਚੰਗੀ ਤਰ੍ਹਾਂ ਸਮਝਾ ਨਹੀਂ ਪਾਏ ਕਿ ਇਹ ਜਿਹੜੇ ਕਾਨੂੰਨ ਨੇ ਉਹਨਾਂ ਦੇ ਹੱਕ ਵਿੱਚ ਹੈਗੇ ਨੇ। ਉਹਨਾਂ ਦਾ ਇਹ ਕਹਿਣਾ ਹੈਗਾ, ਭਾਵ ਉਹਨਾਂ ਦਾ ਇਹ ਕਹਿਣਾ ਹੈ ਕਿ ਕਿਸਾਨਾਂ ਨੂੰ ਸਮਝ ਨਹੀਂ ਹੈਗੀ ਵੀ ਇਹ ਜਿਹੜੇ ਕਾਨੂੰਨ ਨੇ ਤਾਂ ਉਹਨਾਂ ਦੇ ਹੱਕ ਵਿੱਚ ਸੀਗੇ। ਪਰ ਖੈਰ ਉਹਨਾਂ ਦਾ ਕਹਿਣਾ ਹੈਗਾ ਕਿ ਅਸੀਂ ਹੁਣ ਇਹਨਾਂ ਨੂੰ ਵਾਪਸ ਲੈ ਰਹੇ ਹਾਂ। ਪਿਛਲੇ ਤਕਰੀਬਨ 1 ਸਾਲ ਤੋਂ ਕਿਸਾਨ ਦਿੱਲੀ ਦੀਆਂ ਬਰੂਹਾਂ ਦੇ ਉੱਪਰ ਬੈਠੇ ਸੰਘਰਸ਼ ਕਰ ਰਹੇ ਸੀਗੇ ਔਰ ਉਸ ਤੋਂ ਪਹਿਲਾਂ ਦਾ ਇਹ ਸੰਘਰਸ਼ ਜਾਰੀ ਸੀਗਾ ਜਦੋਂ ਤੋਂ ਇਹ ਕਾਲੇ ਕਾਨੂੰਨ ਬਣੇ ਹੈਗੇ ਆ। ਅੱਜ ਅਸੀਂ ਇੱਥੇ ਟੋਲ ਪਲਾਜ਼ੇ ਤੇ ਆਏ ਹੈਗੇ ਆ। ਮੈਂ ਵੇਖ ਰਿਹਾ ਸੋਸ਼ਲ ਮੀਡੀਆ ਤੇ ਲਗਾਤਾਰ ਇੱਕ ਦੂਜੇ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਨੇ। ਇਹ ਲਾਚੋਵਾਲ ਦਾ ਟੋਲ ਪਲਾਜ਼ਾ ਹੈਗਾ ਜੀ। ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ, ਸੰਯੁਕਤ ਕਿਸਾਨ ਮੋਰਚਾ, ਤਿੰਨੋਂ ਕਾਲੇ ਕਾਨੂੰਨਾਂ ਖਿਲਾਫ ਨਿਰੰਤਰ ਚੱਲ ਰਿਹਾ ਧਰਨਾ ਟੋਲ ਪਲਾਜ਼ਾ ਲਾਚੋਵਾਲ। ਆਜ਼ਾਦ ਕਿਸਾਨ ਕਮੇਟੀ ਦੁਆਬਾ ਲਾਚੋਵਾਲ। ਜਦੋਂ ਹੁਸ਼ਿਆਰਪੁਰ ਤੋਂ ਟਾਂਡੇ ਨੂੰ ਜਾਂਦੇ ਆ ਤੇ ਰਸਤੇ ਵਿੱਚ ਪੈਂਦਾ ਅੱਡਾ ਲਾਚੋਵਾਲ ਦਾ ਟੋਲ ਪਲਾਜ਼ਾ ਜਿੱਥੇ ਆਪਾਂ ਹੈਗੇ ਆ। ਸੋ ਵੱਡੀ ਪੱਧਰ ਦੇ ਉੱਪਰ ਇਹ ਗੱਲ ਹੋ ਰਹੀ ਹੈ ਕਿ ਕਿਸਾਨਾਂ ਦੀ ਜਿੱਤ ਹੋਈ ਹੈ, ਆਮ ਲੋਕਾਂ ਦੀ ਜਿੱਤ ਹੋਈ ਹੈ। ਉਹਨਾਂ ਸਾਰਿਆਂ ਦੀ ਏਕਤਾ ਦੀ ਬਦੌਲਤ ਇਹ ਕਾਨੂੰਨ ਰੱਦ ਹੋਏ ਨੇ, ਵਰਨਾ ਸਰਕਾਰ ਦਾ ਕੋਈ ਇਰਾਦਾ ਨਹੀਂ ਸੀ ਇਹਨਾਂ ਕਾਨੂੰਨਾਂ ਨੂੰ ਰੱਦ ਕਰਨ ਦਾ। ਇੱਕ ਹੋਰ ਮੈਂ ਤੁਹਾਨੂੰ ਦਿਖਾਉਣਾ ਚਾਹੂੰਗਾ। ਹੱਲੇ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ, ਸ਼ਾਹ ਮੁਹੰਮਦਾ ਗੱਲ ਤਾਂ ਸੋਈ ਹੋਸੀ ਜਿਹੜੀ ਕਰੇਗਾ ਖਾਲਸਾ ਪੰਥ ਮੀਆਂ। ਜਿਹੜਾ ਇਹ ਸੰਘਰਸ਼ ਚੱਲ ਰਿਹਾ ਸੀਗਾ ਦੋਸਤੋ, ਇਸ ਸੰਘਰਸ਼ ਦੀਆਂ ਜੜ੍ਹਾਂ ਆਪਾਂ ਕਹਿ ਸਕਦੇ ਹਾਂ ਕਿ ਪੰਜਾਬ ਦੀ ਧਰਤੀ ਤੇ ਲੱਗੀਆਂ ਹੋਈਆਂ ਸੀ ਔਰ ਇਸ ਸੰਘਰਸ਼ ਦੀਆਂ ਇਹਨਾਂ ਜੜ੍ਹਾਂ ਨੂੰ ਖਾਲਸਾ ਪੰਥ ਵੱਲੋਂ, ਗੁਰੂ ਕੇ ਪਿਆਰੇ ਸਿੱਖਾਂ ਵੱਲੋਂ ਖਾਦ ਪਾਈ ਜਾ ਰਹੀ ਸੀਗੀ ਔਰ ਪਾਈ ਜਾ ਰਹੀ ਹੈ। ਪਾਣੀ ਵੀ ਜਿਹੜਾ ਹੈਗਾ ਖਾਲਸਾ ਪੰਥ ਵੱਲੋਂ ਪਾਇਆ ਜਾ ਰਿਹਾ ਸੀਗਾ, ਜਿਹਦੀ ਬਦੌਲਤ ਇਹ ਕਾਨੂੰਨ ਲਗਾਤਾਰ ਚੱਲਦੇ ਰਹੇ। ਪਰ ਸ਼ਾਹ ਮੁਹੰਮਦਾ ਗੱਲ ਤਾਂ ਸੋਈ ਹੋਸੀ ਜਿਹੜੀ ਕਰੇਗਾ ਖਾਲਸਾ ਪੰਥ ਮੀਆਂ। ਸੋ ਖਾਲਸਾ ਜਿਹੜੀ ਗੱਲ ਚਾਹੁੰਦਾ ਹੈਗਾ ਅੰਤ ਨੂੰ, ਉਹ ਗੱਲ ਹੱਲੇ ਹੋਣੀ ਬਾਕੀ ਹੈ। ਹੋਰ ਬਹੁਤ ਕੁਛ ਹੈਗਾ। ਕਾਨੂੰਨ ਜਦੋਂ ਨਹੀਂ ਸੀ ਬਣੇ ਉਦੋਂ ਵੀ ਖੁਦਕੁਸ਼ੀਆਂ ਹੁੰਦੀਆਂ ਸੀਗੀਆਂ। ਜਦੋਂ ਇਹ ਕਾਨੂੰਨ ਨਹੀਂ ਸੀਗੇ ਉਸ ਵੇਲੇ ਵੀ ਪੰਜਾਬ ਦੇ ਲੋਕ ਤੇ ਕਿਸਾਨ ਔਖੇ ਸੀਗੇ, ਸਾਰੇ ਔਖੇ ਸੀਗੇ। ਭਾਰਤੀਆਂ ਘੱਟ ਗਿਣਤੀ ਕੌਮਾਂ ਔਖੀਆਂ ਸੀਗੀਆਂ। ਹੁਣ ਇਹ ਵਾਧੂ ਭਾਰ ਜਿਹੜਾ ਲੱਦ ਦਿੱਤਾ ਗਿਆ ਸੀਗਾ ਉਹ ਲਾਤਾ ਗਿਆ ਤਾਂ ਕੀ ਉਸ ਤੋਂ ਬਾਅਦ ਸਾਰੇ ਸੌਖੇ ਹੋ ਜਾਣਗੇ? ਇਹ ਕਾਲੇ ਕਾਨੂੰਨ ਰੱਦ ਹੋਣ ਤੋਂ ਬਾਅਦ ਜਾਂ ਐਲਾਨ ਕੀਤੇ ਜਾਣ ਤੋਂ ਬਾਅਦ ਕਿ ਅਸੀਂ ਇਹ ਕਾਲੇ ਕਾਨੂੰਨ ਵਾਪਸ ਲੈਂਦੇ ਆ, ਜਿਹੜੇ ਕਿਸਾਨ ਹੈਗੇ ਨੇ ਉਹ ਕੀ ਸੋਚਦੇ ਆ, ਆਪਾਂ ਉਹਨਾਂ ਦੇ ਵਿਊ ਲੈਣ ਵਾਸਤੇ ਅੱਜ ਇੱਥੇ ਟੋਲ ਪਲਾਜ਼ੇ ਤੇ ਆਏ ਆ। ਧਰਨੇ ਤੇ ਜਿਹੜੇ ਲਗਾਤਾਰ ਬਹਿੰਦੇ ਨੇ ਸਰਦਾਰ ਗੁਰਦੀਪ ਸਿੰਘ ਜੀ ਖੁਣਖੁਣ, ਸਰਦਾਰ ਅਕਬਰ ਸਿੰਘ ਜੀ, ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਵੀ ਉਹ ਕੀ ਸੋਚਦੇ ਹੈਗੇ ਆ। ਖੁਣਖੁਣ ਜੀ, ਸਭ ਤੋਂ ਪਹਿਲਾਂ ਮੈਂ ਤੁਹਾਡੇ ਕੋਲ ਜਾਣਨਾ ਚਾਹੁੰਦਾ ਭਈ ਮੋਦੀ ਹੋਰਾਂ ਨੇ ਐਲਾਨ ਕਰ ਦਿੱਤਾ ਕਿ ਅਸੀਂ ਇਹ ਕਾਨੂੰਨ ਵਾਪਸ ਲੈ ਰਹੇ ਹਾਂ ਅੱਜ ਗੁਰਪੁਰਬ ਵਾਲੇ ਦਿਨ, ਕੀ ਕਹਿਣਾ ਚਾਹੁੰਦੇ ਹੋ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਜਿਸਲਾ ਸਾਨੂੰ ਸਵੇਰੇ ਪਤਾ ਲੱਗਾ ਇਸ ਗੱਲ ਦਾ ਵੀ ਜਿਹੜੇ ਕਾਨੂੰਨ ਆ ਉਹਨਾਂ ਨੂੰ ਰੱਦ ਕਰਤਾ ਤਿੰਨਾਂ ਨੂੰ, ਉਹ ਅੱਜ ਇੱਕ ਜਿਹੜਾ ਦਿਨ ਆ ਇਹ ਪੂਰੇ ਸੰਸਾਰ ਦੇ ਉੱਤੇ ਸਿੱਖਾਂ ਦੇ ਪਹਿਲੇ ਗੁਰੂ ਨਾਨਕ ਦੇਵ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾਂਦਾ ਜੀ। ਇਸ ਦਿਹਾੜੇ ਨੂੰ ਉਹਨੇ ਚੁਣਿਆ ਹੋਊ ਅਤੇ ਇਸ ਦਿਨ 'ਤੇ ਇਹ ਗੱਲ ਮੈਂ ਵੀ ਟੈਲੀਵਿਜ਼ਨ 'ਤੇ ਸੁਣੀ ਵੀ ਕਾਨੂੰਨ ਇਹ ਰੱਦ ਕੀਤੇ ਜਾਂਦੇ। ਕੁਛ ਕਿਸਾਨਾਂ ਨੂੰ ਅਸੀਂ ਸਮਝਾਉਣ 'ਚ ਜਿਹੜੇ ਪੂਰਾ ਸਮਝਾ ਨਹੀਂ ਸਕੇ। ਜਿੱਥੇ ਤੱਕ ਉਹਨਾਂ ਦੀ ਮਨਸਾ ਸੀ ਵੀ ਇਹ ਮਤਲਬ ਸਹੀ ਸੀ ਹੱਲੇ ਵੀ, ਲੇਕਿਨ ਰੱਦ ਕਰਨੇ ਵੀ ਖਰੀ ਗੱਲ ਆ ਜਿਹੜੇ ਕਾਨੂੰਨ, ਕਿਉਂਕਿ ਇਹਦੇ ਲਈ ਅਸੀਂ 14 ਮਹੀਨੇ ਤੋਂ ਇੱਥੇ ਬੈਠੇ ਹਾਂ। 1 ਸਾਲ 26 ਤਰੀਕ ਨੂੰ ਸਾਨੂੰ ਦਿੱਲੀ 'ਚ ਹੋ ਜਾਣਾ ਅਤੇ ਨਾਲ ਜਿੱਥੇ ਸਾਨੂੰ ਇਹ ਖੁਸ਼ੀ ਦੀ ਗੱਲ ਆ ਵੀ ਸਾਡੇ ਜਿਹੜੇ ਕਾਨੂੰਨ ਲੱਗੇ ਸੀ ਰੱਦ ਹੋਏ, ਉੱਥੇ ਮੇਰੇ ਮਨ 'ਚ ਸਵੇਰ ਦੀ ਇੱਕ ਗੱਲ ਜਿਹੜੀ ਆ ਰਹੀ ਆ ਵੀ 800 ਤੋਂ ਉੱਪਰ ਜਿਹੜਾ ਕਿਸਾਨ ਅਤੇ ਮਾਤਾਵਾਂ ਜਿਹੜੀਆਂ ਸ਼ਹੀਦ ਕਰਵਾ ਲਈਆਂ। ਅਤੇ ਅਸੀਂ ਇਸ ਗੱਲ 'ਚ ਠੀਕ ਆ ਸਾਡੇ ਕਾਨੂੰਨ ਰੱਦ ਹੋ ਗਏ, ਪਰ ਸਾਡਾ ਨੁਕਸਾਨ ਵੀ ਮੋਦੀ ਨੇ ਕਿੱਡਾ ਕੀਤਾ। ਜਿਹੜੇ ਉਹ ਸ਼ਹੀਦ ਪਰਿਵਾਰ ਹੋਏ ਆ, ਇੱਕ ਉਹਨਾਂ ਨੂੰ ਸੱਚੀ ਸ਼ਰਧਾਂਜਲੀ ਸਾਡੇ ਨੂੰ ਤਾਂ ਇਹ ਆਵੇ ਉਹਨਾਂ ਦੀ ਵਜ੍ਹਾ ਨਾਲ ਇਹ ਸਾਰਾ ਕੁਛ ਹੋਇਆ। ਉਹਨੇ ਕੁਰਬਾਨੀਆਂ ਕੀਤੀਆਂ, ਅਸੀਂ ਤਾਂ ਚਲੋ ਜਿੰਨਾ ਸਮਾਂ ਇੱਥੇ ਗੁਜ਼ਾਰਿਆ। ਅਤੇ ਇਹ ਜਿਹੜਾ ਅੱਜ ਮੋਦੀ ਨੇ ਕੰਮ ਕੀਤਾ ਉਹਨੂੰ ਬਹੁਤ ਪਹਿਲਾਂ ਕਰ ਦੇਣਾ ਚਾਹੀਦਾ। 26 ਤਰੀਕ ਨੂੰ ਅਸੀਂ ਨਵੰਬਰ ਦੀ ਨੂੰ ਅਸੀਂ ਜਦੋਂ ਦਿੱਲੀ ਗਏ ਸੀ ਅਤੇ ਸਾਡੀਆਂ ਅੱਖਾਂ ਬੰਦ ਹੋ ਗਈਆਂ ਸੀ ਅਥਰੂ ਗੈਸਾਂ ਨਾਲ। ਉਹ ਦਿਨ ਬੜਾ ਇੱਕ ਅਹਿਮ ਸੀ ਉਹ 26 ਦਾ। ਉਹਦੇ ਵਿੱਚ ਹੀ ਮੋਦੀ ਨੂੰ ਉਸ ਦਿਨ ਜਿਹੜੀ ਸਾਡੀ ਹਾਲਾਤ ਕੀਤੀ ਹਰਿਆਣਾ ਪ੍ਰਾਂਤ ਵਾਲਿਆਂ ਨੇ, ਜਿੱਦਾਂ ਅਸੀਂ ਪਹੁੰਚੇ ਹਾਂ ਡਿੱਗਦੇ ਢਹਿੰਦੇ ਪੂਰੀ ਰਾਤ ਖੱਜਲ ਹੋ ਕੇ, ਉਹਨਾਂ ਦਿਨਾਂ 'ਚ ਮੋਦੀ ਨੂੰ ਵੀ ਇਹ ਜਿੱਦਾਂ ਸਾਡਾ
ਜਲਾਓ ਸੀ, ਜ਼ੋਰ ਸੀ, ਉਹ ਦਿਨ ਹੀ ਦੂਏ ਦਿਨ ਐਲਾਨ ਕਰ ਦੇਣਾ ਚਾਹੀਦਾ ਸੀ। ਸਾਡੇ ਜਿਹੜੇ ਇਹ ਕਿਸਾਨ ਸ਼ਹੀਦ ਨਾ ਹੁੰਦੇ। ਬਾਪੂ ਹਰਦੀਪ ਸਿੰਘ ਜੀ ਡਿਬਡਵਾ, ਉਹਨਾਂ ਦਾ ਇਕੱਲਾ ਪੋਤਾ ਸ਼ਹੀਦ ਹੋ ਗਿਆ। ਉਹਨਾਂ ਲਈ ਤਾਂ ਕਾਨੂੰਨ ਕੁਛ ਵੀ ਨਹੀਂ। ਉਹਨਾਂ ਲਈ ਦੇਖਿਆ ਜਾਵੇ ਤਾਂ ਉਹਨਾਂ ਦਾ ਇੱਕ ਪੋਤਾ ਸੀ, ਉਹ ਸ਼ਹੀਦ ਹੋ ਗਿਆ। ਬਹੁਤ ਇੱਥੇ ਅਸੀਂ ਹੁਸ਼ਿਆਰਪੁਰ ਜ਼ਿਲ੍ਹੇ ਦੇ 5 ਸ਼ਹੀਦ ਆ। ਇੱਕ ਨੌਜਵਾਨ ਗੜ੍ਹਸ਼ੰਕਰ ਲਾਗੇ ਦਾ, ਉਹ ਪੂਰਾ ਪਰਿਵਾਰ ਅਮਰੀਕਾ ਸੀ, ਉਹਨੇ ਵੀ ਜਾਣਾ ਸੀ, ਉਹ ਮੁੰਡਾ ਵੀ ਸ਼ਹੀਦ ਹੋ ਗਿਆ। ਉਹਨਾਂ ਪਰਿਵਾਰਾਂ ਨੂੰ ਪੁੱਛਿਆ ਜਾਣੀਏ, ਠੀਕ ਆ ਇਹ ਕਾਨੂੰਨ ਰੱਦ ਕੀਤੇ, ਜਦੋਂ ਇਹ ਪੂਰੇ ਕਾਨੂੰਨ ਲਿਖੇ ਜਾਣਗੇ ਰੱਦ ਕਰਨ ਨੂੰ, ਸੈਸ਼ਨ ਦੇ ਵਿੱਚ ਇਹਦਾ ਪੂਰਾ ਮਤਾ ਪੈ ਜਾਊਗਾ ਤੇ ਫਿਰ ਰਾਸ਼ਟਰਪਤੀ ਕੋ ਵੀ ਜਾਣਾ, ਸਾਰਾ ਕੁਝ ਹੋਣਾ, ਉਦੋਂ ਅਸੀਂ ਇਸ ਟੂਲ ਪਲਾਜ਼ਿਆਂ ਤੋਂ ਜਦੋਂ ਸਾਨੂੰ ਹੁਕਮ ਆਊ ਤਾਂ ਅਸੀਂ ਆਪਣੇ ਘਰਾਂ ਨੂੰ ਜਾਵਾਂਗੇ। ਉਹਨਾਂ ਚਿਰ ਅਸੀਂ ਆਪਣੇ ਇਸ ਟੂਲ ਪਲਾਜ਼ੇ ਜਿਸ ਤਰ੍ਹਾਂ ਸੇਵਾ ਚੱਲਦੀ ਆ ਉਸ ਤਰ੍ਹਾਂ ਚੱਲਦੀ ਰਹੂਗੀ, ਕਿਉਂਕਿ ਅੱਜ ਵੱਡੀ ਪ੍ਰਾਪਤੀ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੀ ਕਿਰਪਾ ਨਾਲ ਹੋਈ ਆ। ਜੋ ਵੀ ਹੋਈ ਆ ਇਹ ਮਹਾਰਾਜ ਦੀ ਕਿਰਪਾ ਨਾਲ ਆ, ਗੁਰੂ ਨਾਨਕ ਦੇਵ ਜੀ ਦੀ ਕਿਰਪਾ ਨਾਲ ਆ, ਕਿਉਂਕਿ ਅਸੀਂ ਤਾਂ ਇੰਨਾ ਕਰ ਹੀ ਸਕਦੇ ਸੀ। ਸਾਰੀ ਉਹਨੂੰ ਜਿਹੜੀ ਸਮੱਤ ਬਖਸ਼ੀ ਹੋਊਗੀ, ਉਹਦੇ ਮਨ 'ਚ ਪਾਇਆ ਹੋਊਗਾ, ਤੇ ਇਹ ਤਾਂ ਗੁਰੂ ਨਾਨਕ ਦੇਵ ਮਹਾਰਾਜ ਨੇ ਕਿਰਪਾ ਕੀਤੀ ਹੈ। ਅੱਛਾ, ਕੀ ਲੱਗਦਾ ਤੁਹਾਨੂੰ ਕਦੀ ਜਦੋਂ ਦਾ ਸੋਚਦੇ ਹੋਗੇ ਤੁਸੀਂ, ਸਵੇਰ ਤੋਂ ਲੈ ਕੇ ਹੁਣ ਤੱਕ ਸਾਰਾ ਦਿਨ ਤਕਰੀਬਨ ਬੀਤ ਗਿਆ ਹੈਗਾ, ਕੀ ਲੱਗਦਾ ਤੁਹਾਨੂੰ, ਕੀ ਸੋਚਦੇ ਹੈਗੇ ਆ ਭਈ ਉਹਨਾਂ ਦੀ ਕੀ ਮਜਬੂਰੀ ਬਣ ਗਈ? ਮੋਰੇ ਇਲੈਕਸ਼ਨ ਆ ਰਹੇ ਆ, ਇਲੈਕਸ਼ਨ ਜਿੱਤਣੇ ਮਜਬੂਰੀ ਬਣ ਗਈ ਵੀ ਆਪਾਂ ਇਲੈਕਸ਼ਨਾਂ ਵਿੱਚ ਆਪਣਾ ਆਧਾਰ ਲੋਕਾਂ 'ਚ ਕਿੱਦਾਂ ਬਣਾਉਣਾ ਹੈਗਾ, ਕਿਉਂਕਿ ਬੀਜੇਪੀ ਦੇ ਆਗੂਆਂ ਦਾ ਘਰੋਂ ਬਾਹਰ ਨਿਕਲਣਾ ਹੀ ਔਖਾ ਹੋ ਗਿਆ ਸੀਗਾ, ਤੁਸੀਂ ਔਖਾ ਕੀਤਾ ਪਿਆ ਸੀਗਾ ਉਹਨਾਂ ਦਾ, ਭਈ ਇਸ ਕਰਕੇ ਉਹਨਾਂ ਨੇ ਰੱਦ ਕੀਤੇ ਹੋਣਗੇ ਜਾਂ ਤੁਹਾਡੇ ਸੰਘਰਸ਼ ਦੇ ਮੂਹਰੇ ਝੁਕ ਗਏ ਹੋ? ਕੀ ਲੱਗਦਾ ਤੁਹਾਨੂੰ ਵੀ ਕੀ ਵਜ੍ਹਾ ਬਣੀ? ਦੇਖੋ, ਸੰਘਰਸ਼ ਵੀ ਬਹੁਤ ਤਾਕਤਵਰ ਸੀ ਜੀ। ਜੇ ਇੰਨੀਆਂ ਸ਼ਹੀਦੀਆਂ ਕਰਾ ਕੇ ਵੀ ਪਿੱਛੇ ਨਹੀਂ ਹਟਣਾ, ਇਹ ਵੀ ਬੜੀ ਪ੍ਰਾਪਤੀ ਆ ਵੀ ਲਗਾਤਾਰ ਜਾਰੀ ਆ। ਨੰਬਰ 2 ਤੇ ਜਿਹੜੇ ਬੀਜੇਪੀ ਦੇ ਆਗੂ ਸੀ, ਜਿਹੜੇ ਡੀਂਗਾ ਮਾਰਦੇ ਸੀ, ਉਹਨਾਂ ਨੂੰ ਸਾਡੇ ਲੋਕਾਂ ਨੇ ਮਜਬੂਰ ਕਰਤਾ ਸੀ ਘਰਾਂ ਚੋਂ ਬਾਹਰ ਨਿਕਲਣ। ਉਹਨਾਂ ਦਾ ਹਰ ਥਾਂ ਵਿਰੋਧਤਾ ਹੋਈ। ਇੱਥੇ ਸੋਮ ਪ੍ਰਕਾਸ਼ ਆਉਂਦਾ ਰਿਹਾ ਹੁਸ਼ਿਆਰਪੁਰ, ਹਰ ਥਾਂ ਬਾਰੀ ਉਹਦੀ ਵਿਰੋਧਤਾ ਹੁੰਦੀ ਸੀ। ਸਾਡੇ ਲੋਕ ਚੜ੍ਹਦੀ ਕਲਾ, ਚਾਹੇ 10 ਹੋਣ 20 ਹੋਣ 100 ਹੋਵੇ, ਅਸੀਂ ਕਰਦੇ ਸੀਗੇ। ਨੰਬਰ 2 ਤੇ ਜਿਹੜੀਆਂ ਜਿਮਨੀ ਚੋਣਾਂ ਹੋਈਆਂ, ਉਹਦੇ ਵਿੱਚ ਭਾਜਪਾ ਦੀ ਬੁਰੀ ਤਰ੍ਹਾਂ ਹਾਰ ਹੋਈ। ਇਹ ਵੀ ਇੱਕ ਮੁੱਖ ਕਾਰਨ ਆ ਵੀ ਜਿੱਲਾ ਬੰਦਾ ਪੂਰਾ ਸਤਾ ਹੋਵੇ, ਉਹਦੇ ਬਾਅਦ ਉਹ ਮਤਲਬ ਹਾਰ ਹੋ ਜਾਵੇ, ਤੇ ਉਹ ਬੰਦਾ ਸੋਚਦਾ ਤਾਂ ਹੈ ਵੀ ਕੋਈ ਤਾਂ ਕਾਰਨ ਹੈ ਨਾ, ਮੈਂ ਇੰਨੇ ਲੋਕਾਂ ਨੂੰ ਸਤਾ ਰਿਹਾ। ਤੇ ਬਾਹਰਲੇ ਮੁਲਕਾਂ 'ਚੋਂ ਲੋਕਾਂ ਨੇ ਮੋਦੀ ਜਿੱਲਾ ਗਿਆ, ਥਾਂ ਥਾਂ ਇਹਦੇ ਮੋਹਰੇ ਇਹਦੀ ਵਿਰੋਧਤਾ ਕੀਤੀ ਆ। ਹਰੇਕ ਮੁਲਕ ਜਿੱਥੇ ਮੋਦੀ ਜਾਂਦਾ ਉਹਦੀ ਵਿਰੋਧਤਾ ਹੋਈ ਆ, ਡਟ ਕੇ ਕੀਤੀ ਆ। ਜ਼ਿਆਦਾ ਸਿੱਖ ਕੌਮ ਨੇ ਬੜੀ ਚੜ੍ਹਦੀ ਕਲਾ 'ਚ ਕੀਤੀ ਆ, ਤੇ ਉਹ ਵੀ ਸੋਚਦਾ ਹੋਊਗਾ ਵੀ ਮੇਰੀ ਐਡੀ ਵਿਰੋਧਤਾ ਹੋ ਰਹੀ ਆ ਤੇ ਮੈਂ ਸਾਰਾ ਗਲਤ ਕੰਮ ਕਰ ਰਿਹਾ। ਇਹਨਾਂ ਨੂੰ ਕਈ ਮਜਬੂਰੀਆਂ ਹੋ ਗਈਆਂ ਜ਼ਿਆਦਾ। ਮੈਂ ਤਾਂ ਫਿਰ ਦੁਬਾਰਾ ਇਹ ਕਹੂੰਗਾ ਵੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਇਹਨਾਂ ਦੀ ਕੋਈ ਮਜਬੂਰੀ ਕਰਵਾਈ ਆ ਜਿਹੜੀ ਇਹ ਮਹਾਰਾਜ ਦੇ ਹੀ ਆਸਰੇ ਨਾ ਹੋਇਆ। ਅਸੀਂ ਤਾਂ ਮੁੱਖ ਹੀ ਮਹਾਰਾਜ ਨੂੰ ਰੱਖਦੇ ਹਾਂ, ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਨੂੰ। ਤੁਹਾਡੀ ਕਿਰਪਾ ਨਾਲ ਮਹਾਰਾਜ ਇਹ ਕਾਨੂੰਨ ਜਿਹੜੇ ਰੱਦ ਕਰਨ ਨੂੰ ਮੰਨਿਆ, ਤੇ ਜਿਹੜਾ ਰਹਿੰਦਾ ਕੰਮ ਉਹ ਵੀ ਤੁਸੀਂ ਕਿਰਪਾ ਕਰ ਦਿਓ ਤੇ ਉਹ ਜਿਹੜਾ ਹੋ ਜਾਵੇ। ਬਾਕੀ ਸਾਡੀ ਤਾਂ ਲੜਾਈ ਆਪਣੀ ਲੰਬੀ ਆ, ਅਸੀਂ ਤਾਂ ਲੰਬੀ ਲੜਾਈ ਲੜਦੇ ਆ। ਬਾਕੀ ਉਹ ਜਿਹੜੀ ਲੰਬੀ ਲੜਾਈ ਹੈਗੀ ਆ, ਮੈਂ ਤੁਹਾਡੇ ਕੋਲੋਂ ਉਹਦੇ ਬਾਰੇ ਵੀ ਜਾਣੂੰਗਾ ਕਿ ਲੰਬੀ ਲੜਾਈ ਹੋਰ ਕੀ ਹੈਗੀ ਆ। ਇੱਕ ਮੈਂ ਤੁਹਾਡੇ ਕੋਲ ਹੋਰ ਸਵਾਲ ਦਾ ਜਵਾਬ ਲੈਣਾ ਚਾਹੁੰਦਾ। ਹੁਣ ਪਹਿਲਾਂ ਤੇ ਪੰਜਾਬ ਦੀ ਧਰਤੀ ਦੇ ਉੱਪਰ ਸ਼੍ਰੋਮਣੀ ਅਕਾਲੀ ਦਲ ਬਾਦਲ ਉਹ ਇਹ ਕਹਿੰਦੇ ਸੀਗੇ ਕਿ ਕਾਲੇ ਕਾਨੂੰਨ ਜਿਹੜੇ ਹੈਗੇ ਨੇ, ਕਾਲੇ ਲਫ਼ਜ਼ ਤੇ ਮੇਰੇ ਕੋਲ ਬੋਲ ਹੋ ਗਿਆ, ਉਹਨਾਂ ਵਾਸਤੇ ਉਦੋਂ ਕਾਲੇ ਨਹੀਂ ਸੀਗੇ, ਉਦੋਂ ਵਧੀਆ ਸੀਗੇ। ਉਹ ਕਹਿੰਦੇ ਸੀ ਇਹਦੇ ਫਾਇਦੇ ਬਹੁਤ ਵਾ। ਉਸ ਤੋਂ ਬਾਅਦ ਹਾਲਾਤ ਇੱਦਾਂ ਦੇ ਬਣ ਗਏ, ਜਦੋਂ ਦੇਖਿਆ ਵੀ ਪੰਜਾਬ ਦੇ ਲੋਕ ਜਾਂ ਕਿਸਾਨ ਵਿਰੋਧ ਕਰਨ ਲੱਗ ਪਏ ਆ, ਫਿਰ ਦੂਏ ਪਾਸੇ ਨੂੰ ਪਲਟੀ ਮਾਰ ਗਏ, ਫਿਰ ਇਹ ਵੀ ਕਾਲੇ ਲਫ਼ਜ਼ ਵਰਤਣ ਲੱਗ ਪਏ। ਪਹਿਲਾਂ ਚਿੱਟੇ ਸੀ, ਮੁੜ ਕੇ ਇਹਨਾਂ ਵਾਸਤੇ ਵੀ ਕਾਲੇ ਹੋ ਗਿਆ। ਬਾਦਲ ਕਿਆਂ ਦੀ ਗੱਲ ਕਰਦਾ। ਉਸ ਤੋਂ ਬਾਅਦ ਇਹਨਾਂ ਨੇ ਬੀਜੇਪੀ ਦੇ ਨਾਲ ਤੋੜ ਵਿਛੋੜਾ ਕਰ ਲਿਆ। ਹੁਣ ਅੰਦਰ ਖਾਤੇ ਇਹ ਵੀ ਗੱਲਾਂ ਹੁੰਦੀਆਂ ਸੀ ਵੀ ਅੰਦਰ ਖਾਤੇ ਇਹਨਾਂ ਦੇ ਤਾਰ ਜੁੜੇ ਹੋਏ ਆ। ਕੀ ਲੱਗਦਾ ਤੁਹਾਨੂੰ ਹੁਣ ਚਰਚਾ ਇੱਕ ਅੱਜ ਇਹ ਵੀ ਛਿੜੀ ਹੋਈ ਆ ਵੀ ਕੀ ਅਕਾਲੀ ਦਲ ਵਾਲੇ ਜਿਹੜੇ ਹੈਗੇ ਆ ਬੀਜੇਪੀ ਦੇ ਨਾਲ ਹੁਣ ਦੁਬਾਰਾ ਸਾਂਝ ਪਾਲਣਗੇ? ਤੁਹਾਨੂੰ ਕੀ ਲੱਗਦਾ? ਦੇਖੋ, ਇਹਨਾਂ ਦੀ ਬੜੀ ਪੱਕੀ ਸਾਂਝ ਸੀ। ਜਿਹੜੇ ਜਦੋਂ ਸ਼੍ਰੀ ਅਕਾਲ ਤਖ਼ਤ ਸਾਹਿਬ ਤੇ ਹਰਿਮੰਦਰ ਸਾਹਿਬ ਤੇ ਹਮਲਾ ਹੋਇਆ, ਅਸੀਂ ਕਹਿੰਦੇ ਕਾਂਗਰਸ ਨੇ ਕਰਾਇਆ, ਤੇ ਅਕਾਲੀ ਵੀ ਨਾਲ ਸੀ, ਭਾਜਪਾ ਵੀ ਨਾਲ ਸੀ। ਤੇ ਜਿਹੜਾ ਅਡਵਾਨੀ ਆ ਉਹ ਇੱਕ ਗੱਲ ਕਹਿੰਦਾ, ਤੂੰ ਦੁਰਗਾ ਮਾਤਾ ਆ ਇੰਦਰਾ ਗਾਂਧੀ ਨੂੰ, ਤੇ ਕਹਿੰਦਾ ਇਹ ਜਿਹੜਾ ਹਮਲਾ ਹੋਇਆ ਇਹ 6 ਮਹੀਨੇ ਪਹਿਲਾਂ ਹੋਣਾ ਚਾਹੀਦਾ ਸੀ। ਤੇ ਉਹਨਾਂ ਨਾਲ ਅਕਾਲੀ ਦਲ ਬਾਦਲ ਦੀ ਸਾਂਝ, ਉਹ ਕਹਿੰਦੇ ਸਾਡਾ 9 ਮਾਸ ਦਾ ਰਿਸ਼ਤਾ। ਤੇ ਮੈਂ ਤਾਂ ਕਹਿੰਦਾ ਇਹਨਾਂ ਦਾ ਟੁੱਟਿਆ ਹੀ ਨਹੀਂ। ਇਹਨਾਂ ਨੇ ਪਤਾ ਨਹੀਂ ਕਿਹੜੇ ਵੇਲੇ ਜੱਫੀਆਂ ਪਾ ਲੈਣੀਆਂ ਫਿਰ, ਜਾਂ ਇਹਨਾਂ ਦਾ ਡਰਾਮਾ ਹੋਊਗਾ, ਜੋ ਵੀ ਇਹ ਕਰਦੇ ਹੋਣਗੇ। ਤੇ ਅਕਾਲੀ ਦਲ ਨੇ ਜਦੋਂ ਇਹ ਸਾਈਨ ਕੀਤੇ, ਇਹਨਾਂ
ਜਿਹੜੇ ਇਹਨਾਂ ਨੂੰ ਕਾਨੂੰਨ ਨੇ, ਜਿਨ੍ਹਾਂ ਨੂੰ ਹੁਣੇ ਕਾਲੇ ਕਹਿੰਦੇ, ਜਿਹੜਾ ਲੋਕਾਂ ਨੇ ਇਹਨਾਂ ਨੂੰ ਘਰਾਂ ਤੋਂ ਇਹਨਾਂ ਨੂੰ ਵੀ ਨਿਕਲਣਾ ਬੰਦ ਕੀਤਾ। ਇਹਨਾਂ ਨੇ ਦੇਖਿਆ ਸਾਡੀ ਸ਼ਾਖ ਬਿਲਕੁਲ ਖਤਮ ਹੋ ਜਾਊਗੀ ਤੇ ਇਹਨਾਂ ਨੇ ਭਾਜਪਾ ਨੂੰ ਕਿੱਦਾਂ ਛੱਡਿਆ, ਗੁਪਤ ਸਮਝੌਤਾ ਜਾਂ ਕਿੱਦਾਂ ਛੱਡਿਆ, ਪਤਾ ਲੱਗੂ ਹੁਣ ਕੀ ਹੁੰਦਾ। ਤੇ ਇਹ ਜੋ ਕੁਝ ਕਰ ਰਹੇ ਆ ਇਹ ਵਧੀਆ ਨਹੀਂ ਗੱਲ ਹੋ ਰਹੀ। ਲੱਗਦਾ ਤੁਹਾਨੂੰ ਪਈ ਉਹ ਵੀ ਚਾਹੁੰਦੇ ਆਧਾਰ ਬਣੇ ਸਾਡਾ, ਬੀਜੇਪੀ ਵਾਲੇ ਵੀ ਚਾਹੁੰਦੇ ਮੋਰੇ ਚੋਣਾਂ ਆ ਰਹੀਆਂ ਨੇ, ਹੋ ਸਕਦਾ ਇਸ ਗੱਲ ਨੂੰ ਉਹ ਇਦਾਂ ਕਰਨ ਵੀ ਦੇਖੋ ਜੀ ਅਸੀਂ ਵਿਰੋਧ ਕਰਦੇ ਰਹੇ ਸੀਗੇ, ਸਾਡੇ ਯਤਨਾਂ ਸਦਕਾ ਵੀ ਹੋ ਗਿਆ, ਸਾਰਿਆਂ ਦੇ ਯਤਨਾਂ ਸਦਕਾ ਹੋ ਗਿਆ ਵੀ ਅਸੀਂ ਇਸ ਕਰਕੇ ਤੋੜ ਵਿਛੋੜਾ ਕੀਤਾ ਸੀਗਾ ਵੀ ਹੁਣ ਕੇਂਦਰ ਦੀ ਸਰਕਾਰ ਮੰਨ ਗਈ ਆ, ਉਹਨੇ ਕਾਲੇ ਕਾਨੂੰਨ ਰੱਦ ਕਰਨੇ ਮੰਨ ਲਏ ਆ, ਇਸ ਕਰਕੇ ਅਸੀਂ ਭਾਈ ਉਹਨਾਂ ਨਾਲ ਸਾਂਝ, ਹੋ ਸਕਦਾ ਇਦਾਂ ਦਾ ਕੁਝ ਕਰ ਦੇਣ, ਲੱਗਦਾ ਕੁਝ ਇਦਾਂ ਹੋ ਵੀ ਸਕਦਾ ਇਦਾਂ। ਹਰ ਇੱਕ ਬੰਦਾ ਕਹਿੰਦਾ ਮੈਂ ਕੋਈ ਗੱਲ ਕਰ ਦੇਵਾਂ ਤੇ ਹੋ ਸਕਦਾ ਲੋਕ ਮੇਰੇ ਵੱਲ ਨੂੰ ਪਲਟ ਜਾਣ। ਮੈਂ ਬੇਸ਼ੱਕ 1000 ਬੰਦਾ ਸ਼ਹੀਦ ਕਰ ਦੇਵਾਂ, ਉਦੋਂ ਬਾਅਦ ਮੈਂ ਲੋਕਾਂ ਦੇ ਵਿੱਚ ਇੱਕ ਗੱਲ ਕਰ ਦੇਵਾਂ ਵੀ ਆਹ ਹੋ ਗਿਆ ਤੇ ਲੋਕ ਬਦਲ ਜਾਣਗੇ। ਲੇਕਿਨ ਜੋ ਮਰਜ਼ੀ ਹੋ ਜਾਵੇ ਉਹਨੇ ਆਪਣੀ ਕੋਸ਼ਿਸ਼ ਕਰਨੀ ਆ। ਜਿਹੜਾ ਸਾਡੇ ਦਿਲਾਂ ਤੇ ਜ਼ਖਮ ਹੋ ਗਏ ਉਹ ਮਿਟ ਨਹੀਂ ਸਕਦੇ, ਕਿਉਂਕਿ ਮੈਂ ਫਿਰ ਦੁਬਾਰਾ ਉਸ ਗੱਲ ਤੇ ਆਉਣਾ, ਜਿਨ੍ਹਾਂ ਦੇ ਪਰਿਵਾਰ ਸ਼ਹੀਦ ਹੋ ਗਏ ਅਸੀਂ ਉਹਨਾਂ ਨੂੰ ਕੀ ਦੇਵਾਂਗੇ, ਉਹਨਾਂ ਨੂੰ ਕੀ ਦੇਵਾਂਗੇ। ਅਸੀਂ ਉਹਨਾਂ ਪਰਿਵਾਰਾਂ ਨੂੰ ਵੀ ਮੁੱਖ ਰੱਖਣਾ, ਉਹਨਾਂ ਦਾ ਵੀ ਸੋਚਣਾ। ਅਸੀਂ ਇੱਥੇ ਬੈਠੇ ਸੀ, ਸਾਡੇ ਕੋਲ ਇੱਕ ਦਿਨ ਇਨਸਾਨ ਕੋਈ ਆ, ਉਹਨੂੰ ਪੁੱਛਿਆ ਕਿੰਨੇ ਬੰਦੇ ਸ਼ਹੀਦ ਆ, ਉਹਨਾਂ ਨੇ ਉਹਨਾਂ ਨੂੰ 50-50 ਹਜ਼ਾਰ ਰੁਪਈਆ ਪਾਇਆ। ਸੱਟ ਲੱਗੀ ਵਾਲਾ ਮੁੰਡਾ ਬੜਿਆਲਾਂ ਦੇ 37,000 ਰੁਪਇਆ ਪਾਇਆ। ਲੋਕ ਸਾਡੀ ਮਦਦ ਕਰਦੇ ਆ, ਕਰਦੇ ਰਹੇ ਸੀ। ਲੇਕਿਨ ਮੈਂ ਤਾਂ ਇਹ ਦੁਬਾਰਾ ਬੇਨਤੀ ਕਰੂੰਗਾ ਵੀ ਜਿਹੜੇ ਸ਼ਹੀਦ ਪਰਿਵਾਰ ਆ ਸਾਨੂੰ ਮੁੱਖ ਰੱਖ ਕੇ ਉਹਨਾਂ ਨੂੰ ਚੱਲਣਾ ਪਊਗਾ। ਕਿਸਾਨਾਂ ਨੂੰ ਸਾਡਾ ਨੁਕਸਾਨ ਮੈਂ ਜਿਹੜਾ ਆਪੂ ਪਹਿਲਾਂ ਦੇਖਿਆ ਬਹੁਤ ਹੋ ਗਿਆ। ਸਾਡੇ ਸਿੱਖ ਕੌਮ ਦੇ ਬਹੁਤ ਸ਼ਹੀਦੀਆਂ ਹੋ ਗਈਆਂ, ਬਹੁਤ ਕੁਝ ਹੋ ਗਿਆ। ਸਾਡੇ ਤਾਂ ਜ਼ਖਮ ਜਿਹੜੇ ਹਜੇ ਦਰਬਾਰ ਸਾਹਿਬ ਦੇ ਨਹੀਂ ਭੁੱਲਦੇ, ਇਹਨਾਂ ਦੇ ਕੀਤੇ ਇਹਨਾਂ ਲੋਕਾਂ ਦੇ ਭੁੱਲਦੇ, ਉਹ ਨਹੀਂ ਭੁੱਲਦੇ। ਇਹ ਜਿਹੜੇ ਹੁਣ ਫੇਲੜੀ ਸਾਡੀ ਬੰਨ੍ਹਤੀ ਸੀ, ਠੀਕ ਆ, ਇਹ ਕਾਨੂੰਨ ਰੱਦ ਹੋਏ ਆ। ਇਹ ਜਿਹੜੇ ਕਾਨੂੰਨ ਰੱਦ ਦੀ ਅੱਜ ਗੱਲ ਆਉਂਦੀ ਆ ਤੇ ਬਣਾਏ ਵੀ ਇਹ ਨਹੀਂ ਸੀ, ਪਹਿਲਾਂ ਕਾਨੂੰਨ ਥੋੜੋ ਸੀ ਇਹ ਕਾਨੂੰਨ ਲਾਗੂ ਵੀ ਸਾਡੇ ਤੇ ਇਹ ਨਹੀਂ ਆਪਣੇ ਆਪ ਹੀ ਥੋਪ ਦਿੱਤੇ ਸੀ। ਉਹ ਤਾਂ ਫਿਰ ਕਹਿੰਦੇ ਵੀ ਇਹਨਾਂ ਦੇ ਫਾਇਦੇ ਦੇ ਸੀਗੇ, ਹੁਣ ਉਹ ਕਹਿੰਦੇ ਵੀ ਇਹਨਾਂ ਨੂੰ ਸਮਝ ਨਹੀਂ ਆਈ, ਚਲੋ ਇਦਾਂ ਕਰੀ ਜਾਂਦੇ ਆ। ਮੈਂ ਤੁਹਾਡੇ ਕੋਲ ਦੁਬਾਰਾ ਫੇਰ ਆਉਣਾ, ਮੇਰੇ ਨਾਲ ਸਰਦਾਰ ਅਕਬਰ ਸਿੰਘ ਜੀ ਹੈਗੇ ਨੇ, ਆਪਾਂ ਇੱਕ ਦੋ ਗੱਲਾਂ ਉਹਨਾਂ ਨਾਲ ਵੀ ਕਰ ਲੈਂਦੇ ਆ। ਭਾਈ ਸਾਹਿਬ ਜੀ, ਮੈਂ ਨਾ ਤੁਹਾਡੇ ਕੋਲ ਜਾਣਨਾ ਚਾਹੁੰਦਾ, ਗੁਰਬਾਣੀ ਵਿੱਚ ਇੱਕ ਪੰਕਤੀ ਆਉਂਦੀ ਆ, ਸ਼ਾਇਦ ਭਗਤ ਨਾਮਦੇਵ ਜੀ ਦਾ ਸ਼ਬਦ ਹੈਗਾ, ਸ਼ਬਦ ਦੀ ਪਹਿਲੀ ਪੰਕਤੀ ਹੈਗੀ ਆ, ਸੱਪ ਕੁੰਚ ਛੋੜੈ ਬਿਖ ਨਹੀਂ ਛਾੜੈ। ਇਹ ਕੀ ਲੱਗਦਾ ਤੁਹਾਨੂੰ ਕਿ ਮੋਦੀ ਦੀ ਸਰਕਾਰ ਨੇ ਕੁੰਜ ਛੱਡੀ ਹੈ ਇਹ ਕਾਲੇ ਕਾਨੂੰਨ ਵਾਪਸ ਕਰਕੇ, ਜਾਂ ਆਪਣਾ ਜ਼ਹਿਰ ਵੀ ਤਿਆਗ ਦਿੱਤਾ ਉਹਨਾਂ ਨੇ? ਨਹੀਂ, ਐਸਾ ਨਹੀਂ ਆ। ਇਹ ਜਿਹੜਾ ਤੁਸੀਂ ਕਹਿ ਰਹੇ ਨੇ ਕਿ ਜ਼ਹਿਰ ਨੂੰ ਛੱਡ ਦੇਣਾ, ਇਹ ਛੱਡਿਆ ਨਹੀਂ ਜਾਂਦਾ, ਕਿਉਂਕਿ ਜਦੋਂ ਪਾਵਰ ਇਨਸਾਨ ਦੇ ਹੱਥ ਵਿੱਚ ਆ ਜਾਂਦੀ ਨਾ, ਬਹੁਤ ਵੱਡੀ ਪਾਵਰ ਸੀ। ਔਰ ਇਹ ਪਾਵਰ ਨੂੰ ਵੀ ਤੁਸੀਂ ਕਰਾਮਾਤ ਕਹਿ ਸਕਦੇ, ਅਕਾਲ ਪੁਰਖ ਦੀ ਇਹ ਕਰਾਮਾਤ ਹੈ। ਕਰਾਮਾਤ ਮੈਂ ਤਾਂ ਕਹਿ ਰਿਹਾ ਕਿ ਜਦੋਂ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀਆਂ ਨੇ ਬਹਾਦਰ ਸ਼ਾਹ ਦੀ ਮਦਦ ਕਰਕੇ ਇਹ ਸਤਿਗੁਰਾਂ ਦੇ ਤੀਰ ਦੇ ਨਾਲ ਉਹਨਾਂ ਦੇ ਭਰਾ ਦੀ ਮੌਤ ਬਣਦੀ, ਉਹਨੂੰ ਬਹਾਦਰ ਸ਼ਾਹ ਨੂੰ ਪਤਾ ਚੱਲ ਜਾਂਦਾ। ਉਹ ਜਦੋਂ ਫਿਰ ਆਪਣਾ ਜਸ਼ਨ ਮਨਾਉਂਦਾ ਨਾ ਪਹਿਲਾ, ਤੇ ਉਹ ਸਤਿਗੁਰਾਂ ਨੂੰ ਆਪਣੇ ਕੋਲ ਬੁਲਾ ਲੈਂਦਾ। ਸਤਿਗੁਰੂ ਜੀ ਜਾਂਦੇ ਆ ਉੱਥੇ ਦਿੱਲੀ ਉਹਦੇ ਮਹਿਲਾਂ 'ਚ, ਉੱਥੇ ਬੈਠੇ ਹੁੰਦੇ, ਉਹ ਬੜਾ ਸਤਿਕਾਰ ਕਰਦਾ ਉਹਨਾਂ ਦਾ ਬਹੁਤ। ਉਹਨੂੰ ਪਤਾ ਹੁੰਦਾ ਕਿ ਇਹਨਾਂ ਦੇ ਤੀਰ ਨਾਲ ਮੌਤ ਹੋਈ ਹੈ। ਤੇ ਬਾਅਦ ਦੇ ਵਿੱਚ ਜਿਹੜੇ ਉਸ ਵਕਤ ਦੇ ਹਿੰਦੂ ਉੱਧਰ ਵੀ ਰਲੇ ਹੋ ਸੀ, ਬਹਾਦਰ ਸ਼ਾਹ ਦੇ ਨਾਲ ਹਿੰਦੂ ਨਾਲ ਚੱਲ ਰਿਹਾ ਸੀ। ਇਹ ਛਾਤਰ ਦਿਮਾਗ ਹੈ ਸ਼ੁਰੂ ਤੋਂ। ਉਹਨਾਂ ਨੇ ਕਿਹਾ ਸਤਿਗੁਰੂ ਜੀ ਕੋਈ ਕਰਾਮਾਤ ਦਿਖਾਓ, ਤੁਸੀਂ ਤਾਂ ਬਹੁਤ ਕਰਾਮਾਤ ਦੇ ਮਾਲਕ ਹੈ, ਕੋਈ ਕਰਾਮਾਤ। ਉਹ ਸਤਿਗੁਰੂ ਕਹਿੰਦੇ ਨਹੀਂ, ਕਰਾਮਾਤ ਕੋਈ ਨਹੀਂ ਹੈ। ਨਹੀਂ ਸਤਿਗੁਰੂ ਜੀ ਕਰਾਮਾਤ ਦਿਖਾਓ। ਉਹ ਕਹਿੰਦੇ ਜਿਹੜੀ ਕਰਾਮਾਤ ਹੈ ਉਹ ਸਿੰਘਾਸਨ ਤੇ ਬੈਠੀ ਹੈ। ਉਹ ਇੱਕ ਕਰਾਮਾਤ ਹੈ ਜਿਹੜਾ ਉਹ ਅੱਜ ਸਿੰਘਾਸਨ ਤੇ ਬੈਠਾ, ਰਾਜ ਤੇ ਬਹਿ ਗਿਆ। ਬੇਸ਼ੱਕ ਆਪਣੇ ਭਰਾ ਨੂੰ ਮਾਰਿਆ, ਲੇਕਿਨ ਅਕਾਲ ਪੁਰਖ ਨੇ ਇਹ ਸੱਚਾ ਸੀ, ਇਹਦੀ ਮਦਦ ਕੀਤੀ ਹੈ, ਤਾਂ ਇੱਕ ਕਰਾਮਾਤ ਹੈ। ਨਹੀਂ ਜੀ ਇਹ ਕਰਾਮਾਤ ਨਹੀਂ, ਕੋਈ ਹੋਰ ਦਿਖਾਓ। ਸਤਿਗੁਰਾਂ ਨੇ ਪੈਸਾ ਦਿਖਾ ਲਿਆ, ਕਹਿੰਦੇ ਜਿਹੜਾ ਪੈਸਾ ਹੈ ਕਰਾਮਾਤ ਹੈ। ਪੈਸਾ ਆਪਣੇ ਆਪ 'ਚ ਕਰਾਮਾਤ ਹੈ, ਇਹਨਾਂ ਬਹੁਤ ਕੁਝ ਕੀਤਾ ਜਾ ਸਕਦਾ। ਅੱਜ ਪੈਸੇ ਨੇ ਕੀਤਾ, ਅਦਾਨੀਆਂ ਬਾਨੀਆਂ ਨੇ ਪੈਸੇ ਦੇ ਨਾਲ ਕੀ ਕੁਛ ਕਰ ਸਟਿਆ। TV ਚੈਨਲ ਖਰੀਦ ਲੈ, ਚੰਗੇ ਭਲੇ ਚੈਨਲ ਹੁੰਦੇ ਸੀ, ਅੱਜ ਉਹ ਕੀ ਦਾ ਕੀ ਬੋਲਦੇ ਪਏ ਨੇ। ਪੈਸਾ ਵੀ ਇੱਕ ਕਰਾਮਾਤ ਹੈ। ਨਹੀਂ ਸਤਿਗੁਰੂ ਜੀ ਇਹ ਨਹੀਂ, ਹੋਰ ਕਰਾਮਾਤ ਦਿਖਾਓ। ਫਿਰ ਸਤਿਗੁਰਾਂ ਨੇ ਆਪਣੀ ਸ਼ਮਸ਼ੀਰ ਨੂੰ ਕੱਢਿਆ, ਕਹਿੰਦੇ ਇਹ ਕਰਾਮਾਤ ਹੈ। ਫਿਰ ਸਾਰਿਆਂ ਦੇ ਪਸੀਨੇ ਛੁੱਟ ਗਏ ਵੀ ਸਤਿਗੁਰਾਂ ਨੇ ਤੇ ਮੁੱਠੇ ਤੇ ਹੱਥ ਪਾ ਲਿਆ। ਸਤਿਗੁਰੂ ਕਹਿੰਦੇ ਇਹ ਸ਼ਸਤਰ ਵੀ ਕਰਾਮਾਤ ਹੈ, ਜਿਹਦੇ ਨਾਲ ਇਹ ਰਾਜ ਲਏ ਜਾ ਸਕਦੇ। ਤਾਂ ਮੈਂ ਸਮਝਦਾ ਇੱਕ ਕਰਾਮਾਤ ਅਕਾਲ ਪੁਰਖ ਨੇ ਵਰਤਾਈ ਸੀ ਕਿ ਮੋਦੀ ਨੂੰ ਐਡੀ ਵੱਡੀ ਤਾਕਤ ਦੇ ਦਿੱਤੀ। ਅਸੀਂ ਉਹਦੇ ਵਿੱਚ ਨਾ ਪਈਏ, ਕੋਈ ਇਸ ਲਾਇਕ ਸੀਗਾ ਕਿ ਨਹੀਂ ਸੀਗਾ, ਦੇ ਦਿੱਤੀ, ਕਿਸੇ ਤਰ੍ਹਾਂ ਵੀ ਮਿਲ ਗਈ। ਲੇਕਿਨ ਉਹ ਕਰਾਮਾਤ ਐਸੀ ਹੈ ਕਿ ਉਹਦੇ ਮੂੰਹ ਦੇ ਵਿੱਚੋਂ ਨਿਕਲਿਆ ਹੋਇਆ ਇੱਕ ਸ਼ਬਦ ਕਾਨੂੰਨ ਬਣ ਜਾਂਦਾ।
ਉਹਦੇ ਮੂੰਹ ਦੇ ਵਿੱਚੋਂ ਨਿਕਲਿਆ ਹੋਇਆ ਕੋਈ ਵੀ ਸ਼ਬਦ ਆ ਉਹ ਕਾਨੂੰਨ ਆ ਜੀ ਜੇ ਉਸ ਵੇਲੇ ਉਹਨੇ ਕਹਿ ਦਿੱਤਾ ਸੀ ਰਾਤ ਨੂੰ 12 ਵਜੇ ਅੱਜ ਨੋਟਬੰਦੀ ਹੋ ਗਈ ਆ ਪਹਿਲੇ ਨੋਟ ਰੱਦੀ ਰੱਦੀ ਹੋ ਗਏ ਬੈਂਕਾਂ ਦੇ ਵਿੱਚ ਜਾ ਕੇ ਤੁਸੀਂ ਦੇਖੋ ਧੱਕੇ ਖਾਦੇ ਅਸੀਂ ਵੀ ਖਾਦੇ ਸਾਰਿਆਂ ਨੇ ਖਾਦੇ ਕਿਉਂ ਉਹਦੇ ਮੂੰਹ ਤੋਂ ਨਿਕਲਿਆ ਸ਼ਬਦ ਸੀ ਫਿਰ ਉਹ ਤੋਂ ਬਾਅਦ ਦੇ ਵਿੱਚ ਨਵੇਂ ਲਿਆਂਦੇ ਉਹਨੂੰ ਉਹ ਤੋਂ ਬਾਅਦ ਦੇ ਵਿੱਚ ਜੋ ਕੁਝ ਹੋਇਆ ਉਦੋਂ ਕਿੰਨੀਆਂ ਮੌਤਾਂ ਹੋ ਗਈਆਂ ਨੋਟਬੰਦੀ ਦੌਰਾਨ ਕਿੰਨੀਆਂ ਮੌਤਾਂ 350 ਮੌਤ ਉਦੋਂ ਹੋ ਗਈ ਹੁਣ ਜਦੋਂ ਕਾਨੂੰਨ ਲਾਗੂ ਕੀਤੇ ਤਾਂ ਉਸ ਵੇਲੇ ਵੀ ਉਹਨੇ ਕਹਿ ਦਿੱਤਾ ਕਿ ਇਹ ਕਾਨੂੰਨ ਜਿਹੜੇ ਲਾਗੂ ਕਰਤੇ ਗਏ ਉਹਦੇ ਕੋਲ ਪਾਵਰ ਸੀ ਪਾਵਰ ਦੇ ਨਾਲ ਬੇਸ਼ੱਕ ਉਹ ਰਾਜ ਸਭਾ ਦੇ ਵਿੱਚ ਨਹੀਂ ਕਰ ਸਕਦਾ ਸੀ ਫਿਰ ਵੀ ਕਰ ਦਿੱਤੇ ਉਹਦੇ ਕੋਲ ਹੈ ਨਹੀਂ ਸੀ ਪਾਵਰ ਲੇਕਿਨ ਫਿਰ ਵੀ ਉਹ ਕਰ ਦਿੱਤੇ ਕਿਉਂਕਿ ਪਾਵਰ ਹੀ ਇੱਕ ਕਰਾਮਾਤ ਬਣ ਜਾਂਦੀ ਆ ਉਹ ਇੱਕ ਕਰਾਮਾਤ ਦਾ ਮਾਲਕ ਬਣ ਚੁੱਕਾ ਸੀ ਹੁਣ ਜਦੋਂ ਦੂਸਰੀ ਕਰਾਮਾਤ ਕੀ ਵਾਪਰੀ ਹੈ ਅੱਜ ਦਾ ਦਿਹਾੜਾ ਇਹ ਗੁਰੂ ਨਾਨਕ ਪਾਤਸ਼ਾਹ ਜੀ ਦਾ ਆਗਮਨ ਪੁਰਬ ਹੈ ਇਹ ਕਰਾਮਾਤ ਕਿਹੜੀ ਵਰਤੀ ਹੈ ਅਕਾਲ ਪੁਰਖ ਨੇ ਵਰਤਾਈ ਆ ਇਹਦੀ ਮੈਂ ਤੁਹਾਨੂੰ ਉਦਾਹਰਣ ਦੇਣੀ ਚਾਹੁੰਦਾ ਜਦੋਂ ਇੰਦਰਾ ਗਾਂਧੀ ਰਾਜ ਤੇ ਬੈਠੀ ਸੀ 1984 ਵਾਪਰ ਚੁੱਕਾ ਸੀ ਉਹਦੇ ਆਖਰੀ ਦਿਨਾਂ ਦਾ ਸਮਾਂ ਸੀ ਉਹਦੀ ਇੱਕ ਸਹੇਲੀ ਸੀ ਮੈਂ ਉਹਦਾ ਨਾਮ ਭੁੱਲ ਗਿਆ ਉਹ ਰਾਈਟਰ ਵੀ ਸੀ ਉਹਦੀ ਸਹੇਲੀ ਸੀ ਉਹਦੇ ਨਾਲ ਉਹ ਆਪਣੀ ਪਰਸਨਲੀ ਗੱਲ ਸ਼ੇਅਰ ਕਰਦੀ ਸੀ ਉਹਨੂੰ ਇੱਕ ਦਿਨ ਉਹ ਫੋਨ ਕਰਕੇ ਸਾਦੀ ਕਿ ਮੇਰੇ ਕੋਲ ਆ ਉਹ ਆਉਂਦੀ ਸੀ ਅਕਸਰ ਮੇਰੇ ਕੋਲ ਆ ਉਹ ਆ ਜਾਂਦੀ ਆ ਉਹਨੂੰ ਪੁੱਛੀ ਤੂੰ ਪਰੇਸ਼ਾਨ ਕਿਉਂ ਆ ਇੰਦਰਾ ਨੂੰ ਪੁੱਛੀ ਤੂੰ ਪਰੇਸ਼ਾਨ ਕਿਉਂ ਆ ਕਹਿੰਦੀ ਹਾਂ ਮੈਂ ਪਰੇਸ਼ਾਨ ਆ ਮੈਨੂੰ ਇੱਕ ਐਸਾ ਡਰਾਉਣਾ ਸੁਪਨਾ ਆ ਰਿਹਾ ਜਿਹੜਾ ਮੈਂ ਦਿਨ ਵੇਲੇ ਦੇਖਿਆ ਉਹ ਕਹਿੰਦੀ ਉਹ ਐਸਾ ਕਿਹੜਾ ਸੁਪਨਾ ਜਿਹੜਾ ਤੈਨੂੰ ਦਿਨ ਵੇਲੇ ਦਿਸ ਪਿਆ ਕਹਿੰਦੀ ਮੇਰੇ ਇੱਕ ਕੋਈ ਨਾ ਦਾੜੀ ਵਾਲਾ ਬਹੁਤ ਭਾਰੀ ਪੁਰਸ਼ ਆ ਕੋਈ ਉਹ ਆਣ ਕੇ ਮੇਰੀ ਛਾਤੀ 'ਤੇ ਬਹਿ ਕੇ ਮੇਰੇ ਗਲੇ ਨੂੰ ਫੜਿਆ ਉਹਨੇ ਤੇ ਉਹਨੇ ਮੈਨੂੰ ਛੱਡਣਾ ਨਹੀਂ ਉਹਨੂੰ ਖੌਫ ਆਉਣ ਲੱਗ ਪਿਆ ਸੀ ਕਿ ਤੋਂ ਡਰ ਰਹੀ ਸੀ ਸਿੱਖਾਂ ਤੋਂ ਦਰਬਾਰ ਸਾਹਿਬ ਤੇ ਹਮਲੇ ਤੋਂ ਬਾਅਦ ਹਮਲੇ ਤੋਂ 153ਵੇਂ ਦਿਨ ਤਾਂ ਉਹਦੀ ਡੈਥ ਹੋ ਜਾਂਦੀ ਇੱਕ ਇਤਿਹਾਸ ਹੈ ਜਿਹਨੇ ਗੁਰੂ ਰਾਮਦਾਸ ਪਾਤਸ਼ਾਹ ਦੇ ਨਾਲ ਟਕਰਾਉਣਾ ਕੀਤਾ ਉਹ 153 ਦਿਨ ਨਹੀਂ ਕੱਟਿਆ ਚਾਹੇ ਉਹ ਇੰਦਰਾ ਗਾਂਧੀ ਸੀ ਚਾਹੇ ਉਦੋਂ ਪਹਿਲੇ ਜਿੰਨੇ ਸ਼ਾਸਕ ਹੋਏ ਉਹ ਵੀ ਇਸੇ ਤਰ੍ਹਾਂ ਗਏ ਚਾਹੇ ਜਿਹਨੇ GST ਲਾ ਕੇ ਲੰਗਰ ਦੇ ਉੱਤੇ GST ਲਾਤੀ ਸੀ ਉਹ ਵੀ ਤੁਹਾਨੂੰ ਪਤਾ ਕਿ ਜੇਤਲੀ ਸਾਹਿਬ ਵੀ ਚਲੇ ਗਏ ਲਾਸਟ ਟਵੀਟ ਜੇਤਲੀ ਦਾ ਸੀ ਕਿ ਸਾਡੇ ਕੋਲੋਂ ਗਲਤੀਆਂ ਹੋਈਆਂ ਅਸੀਂ ਗੁਰੂ ਰਾਮਦਾਸ ਦੇ ਲੰਗਰਾਂ ਦੀ ਉਹਨ ਗੱਲ ਆਖੀ ਸੀ ਇਹ ਇੱਕ ਕਰਾਮਾਤ ਅਕਾਲ ਪੁਰਖ ਦੀ ਹੈ ਹੋ ਸਕਦਾ ਹੈ ਕਿ ਅੱਜ ਦੀ ਰਾਤ ਜਿਹੜੀ ਬੀਤੀ ਉਹਦੇ ਵਿੱਚ ਮੋਦੀ ਸਾਹਿਬ ਨੂੰ ਵੀ ਕੋਈ ਐਸਾ ਹੋਇਆ ਹੋਵੇ ਮੋਦੀ ਸਾਹਿਬ ਇੱਕ ਐਸੀ ਕਰਾਮਾਤ ਦਾ ਮਾਲਕ ਸੀ ਉਹ ਕਿਸੇ ਦੇ ਕੋਲ ਸਲਾਹ ਨਹੀਂ ਲੈਂਦਾ ਉਹਨੂੰ ਕਿਸੇ ਦੀ ਸਲਾਹ ਦੀ ਲੋੜ ਨਹੀਂ ਉਹਦੇ ਮੂੰਹ 'ਚੋਂ ਨਿਕਲਿਆ ਹੋਇਆ ਜਿਹੜਾ ਲਫ਼ਜ਼ ਆ ਉਹ ਇੱਕ ਕਾਨੂੰਨ ਹੈ ਅੱਜ ਸਵੇਰੇ ਉੱਠ ਕੇ ਕਹਿ ਦੇਣਾ ਔਰ ਉਹ ਕਿਹੜਾ ਦਿਨ ਸੀ ਗੁਰੂ ਨਾਨਕ ਪਾਤਸ਼ਾਹ ਦਾ ਆਗਮਨ ਅਸੀਂ ਕਿਉਂ ਜੋੜ ਰਹੇ ਆਪਣੇ ਨਾਲ ਕਿ ਸਿੱਖਾਂ ਦੇ ਕਰਕੇ ਹੀ ਇਹ ਸੰਘਰਸ਼ ਚਾਲੂ ਹੋਇਆ ਸੀ ਉਸ ਨੂੰ ਪਤਾ ਲੱਗ ਗਿਆ ਕਿ ਹਾਂ ਇਹ ਸਿੱਖ ਵੀ ਇੱਕ ਕਰਾਮਾਤ ਹੈ ਇਹ ਕੁਝ ਵੀ ਕਰਨ ਦੇ ਕੁਝ ਵੀ ਕਰ ਸਕਦੇ ਸਮਰੱਥ ਨੇ ਔਰ ਇਹ ਗੁਰੂ ਨਾਨਕ ਪਾਤਸ਼ਾਹ ਜੀ ਨੇ ਜਿਹੜੀ ਕਰਾਮਾਤ ਵਰਤਾਈ ਹੈ ਉਹ ਇਹ ਸੀ ਕਿ ਜਦੋਂ ਸਤਿਗੁਰੂ ਜੀ ਨੇ ਕਰਤਾਰਪੁਰ ਸਾਹਿਬ ਖੇਤੀ ਕੀਤੀ ਹੈ ਉਹਨਾਂ ਨੇ ਇਕੱਲੀ ਖੇਤੀ ਨਹੀਂ ਕੀਤੀ ਇਹ ਨਹੀਂ ਸੀ ਕਿ ਖੇਤੀ ਤੋਂ ਬਗੈਰ ਲੰਘ ਨਹੀਂ ਸਕਦੇ ਸੀ ਇੱਕ ਤੇ ਸਾਨੂੰ ਨਿਰਮਾਣਤਾ ਦੀ ਹੱਦ ਦਿੱਤੀ ਕਿ ਆਪਣੇ ਹੱਥੀਂ ਪਸ਼ੂਆਂ ਨੂੰ ਉਹਨਾਂ ਨੇ ਸੇਵਾ ਕੀਤੀ ਜਾਨਵਰਾਂ ਦੀ ਫਿਰ ਜਿਹੜੀ ਖੇਤੀ ਕੀਤੀ ਉਹ ਜਿਹੜੀ ਜ਼ਮੀਨ ਦੇ ਉੱਤੇ ਕਾਬਜ਼ ਸਨ ਜਿਹੜੀ ਕੀ ਜ਼ਮੀਨ ਉਹਨਾਂ ਦੇ ਕੋਲ ਸੀ ਉਹਦੇ ਖੁਦ ਮਾਲਕ ਸੀ ਉਹਨਾਂ ਨੇ ਆਪਣੇ ਜ਼ਿਮੀਂਦਾਰਾਂ ਨੂੰ ਜਿੰਨਿਆਂ ਨੂੰ ਖੇਤੀ ਕਰਨ ਵਾਸਤੇ ਲਾਇਆ ਉਹਨਾਂ ਨੂੰ ਕਿਹਾ ਤੁਸੀਂ ਇਹਦੇ ਮਾਲਕ ਹੋ ਉਹਨਾਂ ਨੂੰ ਮਾਲਕ ਬਣਾਇਆ ਸੀ ਜਿਹੜਾ ਕਿ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਬਾਅਦ ਦੇ ਵਿੱਚ ਆ ਕੇ ਸਾਨੂੰ ਦਿੱਤਾ ਉਹ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਦਿੱਤੀ ਹੋਈ ਜਾਇਦਾਦ ਦੇ ਉੱਤੇ ਅੱਜ ਇਹ ਫਿਰ ਕਾਬਜ਼ ਹੋਣਾ ਚਾਹੁੰਦੇ ਸੀ ਇਹ ਇੱਕ ਅਕਾਲ ਪੁਰਖ ਨੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਕਰਾਮਾਤ ਵਰਤਾਈ ਹੈ ਗੁਰੂ ਨਾਨਕ ਪਾਤਸ਼ਾਹ ਜੀ ਨੇ ਕਿ ਉਹਨਾਂ ਦੇ ਆਗਮਨ ਪੁਰਬ ਵਾਲੇ ਦਿਨ ਇਸ ਬੰਦੇ ਨੂੰ ਆਪਣੀ ਰਸਨਾ ਤੋਂ ਇਹ ਗੱਲ ਆਖਣੀ ਪੈ ਗਈ ਕਿ ਬੇਸ਼ੱਕ ਇਹ ਨਹੀਂ ਸਮਝ ਸਕੇ ਸੀ ਉਹ ਨਹੀਂ ਗੱਲ ਕਹੀ ਆ ਠੀਕ ਹੈ ਕੋਈ ਗੱਲ ਨਹੀਂ ਵੀ ਇਹ ਚੰਦ ਇੱਕ ਕਿਸਾਨ ਸੀ ਜਿਹੜੇ ਜਿਨ੍ਹਾਂ ਨੂੰ ਅਸੀਂ ਸਮਝਾ ਨਹੀਂ ਸਕੇ ਹੈ ਜੀ ਕੋਈ ਗੱਲ ਨਹੀਂ ਇਹ ਇੱਕ ਉਹਦੇ ਮੂੰਹ ਤੋਂ ਨਿਕਲਿਆ ਹੋਇਆ ਸ਼ਬਦ ਹੀ ਕਾਨੂੰਨ ਬਣ ਗਿਆ ਅਗਰ ਉਹ ਦਿਆਨਤਦਾਰੀ ਦੇ ਨਾਲ ਕਰਨਾ ਚਾਹੁੰਦਾ ਹੈ ਅਸੀਂ ਵੈਲਕਮ ਕਰਦੇ ਹਾਂ ਬੇਸ਼ੱਕ ਸਾਡਾ 800 ਸਿੱਖ ਸ਼ਹੀਦ ਹੋ ਚੁੱਕਿਆ 800 ਅਸੀਂ ਕਿਹੜੀ ਮੂੰਹ ਦੇ ਨਾਲ ਉਹਨਾਂ ਨੂੰ ਸ਼ਰਧਾਂਜਲੀ ਦੇਵਾਂਗੇ ਇੱਕ ਮੈਂ ਤੁਹਾਡੇ ਕੋਲ ਹੋਰ ਜਾਣਨਾ ਚਾਹੁੰਦਾ ਇੱਕ ਕਰਾਮਾਤ ਵਾਪਰੀ ਔਰ ਏਕਤਾ ਵੀ ਸੀਗੀ ਸਾਰੀ ਤੇ ਉਹਦਾ ਜਿਹੜਾ ਸੀਗਾ ਉਹਨੂੰ ਹੋ ਗਿਆ ਵੀ ਮੈਨੂੰ ਇਹ ਸਾਰਾ ਕੁਝ ਕਰਨਾ ਹੀ ਪੈਣਾ ਝੁਕਣਾ ਹੀ ਪੈ ਗਿਆ ਉਹਨੂੰ ਮੁੱਖ ਦੀ ਗੱਲ ਇਹ ਹੈਗੀ ਆ ਔਰ ਗੁਰੂ ਨਾਨਕ ਪਾਤਸ਼ਾਹ ਜੀ ਦੇ ਔਰ ਉਹ ਸਿਹਰਾ ਵੀ ਮੈਂ ਕਹਿੰਦਾ ਵੇਖੋ ਵੀ ਸਿਹਰਾ ਵੀ ਉਹ ਕਿਸੇ ਇੱਕ ਖਾਸ ਧਿਰ ਨੂੰ ਜਾਂ ਕਿਸੇ ਇੱਕ ਖਾਸ ਸਿਆਸੀ ਪਾਰਟੀ ਨੂੰ ਪਹਿਲਾਂ ਲੱਗਦਾ ਸੀ ਵੀ ਕੈਪਟਨ ਅਮਰਿੰਦਰ ਸਿੰਘ ਉੱਥੇ ਜਾ ਕੇ ਆਉਂਦਾ ਵੀ ਖਰੇ ਇਹਦੇ ਸਿਰ ਤੇ ਉੱਤੇ ਸਿਹਰਾ ਵੱਜਾ ਉਹਨੂੰ ਵੀ ਲੱਗਦਾ ਹੋਊਗਾ
ਵੀ ਸਿਹਰਾ ਖਰੇ ਮੇਰੇ ਸਿਰ ਦੇ ਉੱਪਰ ਵੱਜ ਜਾਣਾ, ਪਰ ਇਦਾਂ ਹੋਇਆ ਨਹੀਂ ਹੈਗਾ। ਹੁਣ ਮੈਂ ਤੁਹਾਡੇ ਕੋਲ ਇਹ ਜਾਣਨਾ ਚਾਹੁੰਦਾ ਵੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਬਖਸ਼ਿਸ਼ ਹੋਈ, ਸਾਰਿਆਂ ਨੇ ਏਕਤਾ ਦੇ ਨਾਲ ਸੰਘਰਸ਼ ਕੀਤਾ ਤੇ ਔਰ ਕਾਮਯਾਬੀ ਮਿਲ ਰਹੀ ਹੈਗੀ ਆ। ਮੈਂ ਤੁਹਾਡੇ ਕੋਲ ਇਹ ਜਾਣਨਾ ਚਾਹੁੰਦਾ ਹੁਣ, ਪਹਿਲਾਂ ਵੀ ਕਿਸਾਨ ਔਖੇ ਸੀਗੇ ਜਦੋਂ ਇਹ ਕਾਨੂੰਨ ਨਹੀਂ ਸੀਗੇ। ਇਹ ਕਾਲੇ ਕਾਨੂੰਨ ਜਿਹੜੇ ਨੇ ਇਹ ਤਾਂ ਵਾਧੂ ਭਾਰ ਲੱਦ ਦਿੱਤਾ ਗਿਆ ਸੀਗਾ। ਹੁਣ ਵਾਧੂ ਜਿਹੜਾ ਲੱਦਿਆ ਹੋਇਆ ਭਾਰ ਸੀਗਾ ਉਹ ਲੱਥਾ ਹੈਗਾ। ਪਹਿਲਾਂ ਵੀ ਤੁਸੀਂ ਔਖੇ ਹੀ ਸੀਗੇ। ਇਹ ਵਾਧੂ ਭਾਰ ਲੱਥਣ ਦੀ ਖੁਸ਼ੀ ਵਿੱਚ ਅੱਜ ਜਿਹੜੇ ਪਟਾਕੇ ਚਲਾਉਣਗੇ, ਅੱਜ ਜਿਹੜੇ ਸ਼ਰਾਬ ਪੀਣਗੇ, ਜਿਹੜੇ ਸ਼ਰਾਬ ਪੀਣ ਵਾਲੇ ਹੈਗੇ ਆ, ਜਿਹੜੇ ਅੱਜ ਭੰਗੜੇ ਪਾਉਣਗੇ, ਉਹਨਾਂ ਨੂੰ ਕੁਝ ਕਹਿਣਾ ਚਾਹੁੰਦੇ ਹੋ? ਮੈਂ ਜਦੋਂ ਵੀ ਗੁਰੂ ਘਰ ਅਰਦਾਸ ਕਰੀਦੀ ਸੀ ਨਾ ਜੀ, ਕਾਲੇ ਕਾਨੂੰਨ ਰੱਦ ਕਰਾਉਣ ਤੱਕ ਚੱਲ ਰਹੇ ਸੰਘਰਸ਼ ਦੇ ਵਿੱਚ ਸਤਿਗੁਰੂ ਜੀ ਸਫਲਤਾ ਦਿਓ ਜੀ। ਕਦੀ ਅਸੀਂ ਇਹ ਖੁਸ਼ੀ ਮਨ ਨਾ ਕਰਦੇ ਸੀ ਅਰਦਾਸ, ਗੁਰੂ ਦੇ ਅੱਗੇ ਖੜ ਕੇ ਅੱਖਾਂ ਨਮ ਹੋ ਜਾਂਦੀਆਂ ਸਨ। ਜੀ, ਜਦੋਂ ਅੱਜ ਪਤਾ ਚੱਲਿਆ, ਮੈਂ ਪਹਿਲਾ ਜਕਾਰਾ ਛੱਡਿਆ ਤੇ ਮੇਰਾ ਨਾਲ ਮੇਰੀਆਂ ਅੱਖਾਂ 'ਚੋਂ ਅਥਰੂ ਵਗੇ। ਕਿਉਂ ਵਗੇ? ਇਹ ਖੁਸ਼ੀ ਦੇ ਹੈ, ਜੀ, ਲੇਕਿਨ ਇਹ ਸ਼ਰਧਾ ਦੇ ਫੁੱਲ ਹੈ ਉਹਨਾਂ ਆਪਣੇ ਵੀਰਾਂ ਨੂੰ। ਜੀ, ਲਖੀਮਪੁਰ ਦੇ ਜਿਹੜੇ ਸਾਡੇ ਨੌਜਵਾਨ ਸ਼ਹੀਦ ਹੋ ਗਏ, ਉਹਨਾਂ ਨੂੰ ਅਸੀਂ ਭੰਗੜੇ ਪਾ ਕੇ ਕਿੱਦਾਂ ਦੱਸੀਏ? ਲਖੀਮਪੁਰ ਵਾਲਿਆਂ ਨੂੰ ਅਸੀਂ ਕਿੱਦਾਂ, ਸ਼ਰਾਬਾਂ ਪੀਣੇ ਵਾਲੇ ਉਹ ਤਾਂ ਉੱਦਾਂ ਵੀ ਪੀਂਦੇ ਹੀ ਹੈ, ਜਿਹਨੇ ਸ਼ਰਾਬ ਪੀਣੀ ਆ ਉਹਨੂੰ ਤਾਂ ਕੋਣਾ ਚਾਹੀਦੀ ਹੈ ਜੀ, ਉਹਨੇ ਤਾਂ ਪੀ ਲੈਣੀ ਹੈ। ਇੱਦਾਂ ਦੇ ਲੋਕ ਹੈਗੇ ਨੇ, ਲੇਕਿਨ ਅਸੀਂ ਉਹ ਖੁਸ਼ੀ ਨਹੀਂ ਹੈ। ਖੁਸ਼ੀ ਸਾਨੂੰ ਇਹ ਹੈ ਕਿ ਧੰਨ ਹਨ ਉਹ ਮਾਵਾਂ ਦੇ ਪੁੱਤਰ ਜਿਹੜੇ ਸ਼ਹੀਦ ਹੋ ਕੇ ਵੀ ਅੱਜ ਸਾਡੀ ਖਾਤਰ ਬੇਸ਼ੱਕ ਸ਼ਹੀਦ ਹੋ ਗਏ, ਲੇਕਿਨ ਉਹ ਪ੍ਰਵਾਨ ਚੜ੍ਹ ਗਏ, ਉਹ ਪ੍ਰਵਾਨ ਚੜ੍ਹ ਗਏ, ਉਹਨਾਂ ਦੀਆਂ ਜ਼ਿੰਦਗੀਆਂ ਸਫਲ ਹੋ ਗਈਆਂ ਕਿ ਅਸੀਂ ਉਹਨਾਂ ਦਾ ਬਾਕੀ ਪਰਿਵਾਰ ਜਿਹੜਾ, ਅਸੀਂ ਸਾਰੇ ਉਹਨਾਂ ਦੇ ਪਰਿਵਾਰ ਹੀ ਹਾਂ, ਉਹ ਸਾਡੇ ਪਰਿਵਾਰ ਦੇ ਮੈਂਬਰ ਸੀ। ਜੇ ਉਹ ਅੱਜ ਚਲੇ ਗਏ ਨੇ ਤੇ ਉਹਨਾਂ ਦੀਆਂ ਆਤਮਾਵਾਂ ਨੂੰ ਵੀ ਇੱਕ ਸਕੂਨ ਪ੍ਰਾਪਤ ਹੋਵੇਗਾ ਕਿ ਅੱਜ ਉਹਨਾਂ ਦੇ ਕਰਕੇ ਹੀ ਅੱਜ ਇਹ ਸਮਾਂ ਬਣਿਆ ਕਿ ਉਹਨਾਂ ਦੀਆਂ ਆਤਮਾਵਾਂ ਜਿਹੜੀਆਂ ਹਨ ਉਹ ਮਰ ਗਈਆਂ। ਸਰੀਰ ਮਰਿਆ, ਆਤਮਾ ਥੋੜਾ ਮਰੀ ਹੈ। ਆਤਮਾ ਨਹੀਂ ਮਰਦੀ, ਉਹ ਆਤਮਾ ਜਿਹੜੀ ਹੈ, ਬਲਕਿ ਇੱਥੋਂ ਤੱਕ ਮਸਕੀਨ ਸਾਹਿਬ ਨੂੰ ਸੁਣਦੇ ਰਹੀਦਾ ਸੀ, ਉਹ ਦੱਸਦੇ ਨੇ ਸਾਡਾ ਧਰਮ ਕਹਿੰਦਾ ਹੈ ਆਤਮਾ ਨਹੀਂ ਮਰਦੀ, ਸਰੀਰ ਮਰਦਾ ਹੈ। ਲੇਕਿਨ ਜਦੋਂ ਆਤਮਾ ਨਿਕਲ ਜਾਂਦੀ ਸਰੀਰ ਚੋਂ, ਉਹ ਫਿਰ ਕੀ ਕਹਿੰਦੀ? ਇਹ ਮੇਰਾ ਸਰੀਰ ਹੈ। ਅਸੀਂ ਕੀ ਕਹਿੰਦੇ? ਮੇਰਾ ਸਰੀਰ। ਇਹਦਾ ਮਤਲਬ ਮੈਂ ਕੋਈ ਹੋਰ ਹਾਂ, ਇਹ ਉਹਦਾ ਸਰੀਰ ਹੈ, ਵਿੱਚ ਅੰਦਰ ਕੋਈ ਹੋਰ ਬੋਲਦਾ। ਉਹ ਆਤਮਾਵਾਂ ਜਿਹੜੀਆਂ ਉਹ ਇਸ ਸੰਸਾਰ ਦੇ ਵਿੱਚ ਰਹਿੰਦੀਆਂ ਨੇ। ਬਾਕੀ ਉਹਨਾਂ ਨੂੰ ਮੈਨੂੰ ਲੱਗਦਾ ਕਿ ਜ਼ਰੂਰ ਇਹੋ ਲੱਗਦਾ ਹੋਊਗਾ ਕਿ ਸਾਡੀ ਜ਼ਿੰਦਗੀ ਪ੍ਰਵਾਨ ਹੋ ਗਈ। ਬਾਕੀ ਸਾਡੀ ਤੇ ਸਾਰਿਆਂ ਦੀ ਜ਼ਿੰਦਗੀ ਹੱਲੇ ਹੈਗੀ ਆ। ਅਸੀਂ ਆਪਣੀ ਜ਼ਿੰਦਗੀ ਪਤਾ ਨਹੀਂ ਸਾਡੇ ਨਾਲ ਕੀ ਬੀਤਣਾ ਹੈਗਾ, ਅਸੀਂ ਸਫਲ ਕਰਕੇ ਜਾਣਾ ਜਾਂ ਅਸੀਂ ਅਜਾਈਂ ਗਵਾ ਕੇ ਚੱਲ ਜਾਣਾ ਹੈਗਾ, ਇਹ ਸਾਡੇ ਸਾਰਿਆਂ ਵਾਸਤੇ। ਧਾਮੀ ਸਾਹਿਬ ਵੀ ਮੇਰੇ ਨਾਲ ਹੈਗੇ ਨੇ। ਧਾਮੀ ਸਾਹਿਬ ਜੀ, ਕੁਛ ਨਾ ਕੁਛ ਤੁਸੀਂ ਵੀ ਜ਼ਰੂਰ ਆਖੋ। ਅੱਜ ਇਹ ਜਿਹੜੇ ਕਾਲੇ ਕਾਨੂੰਨ ਹੈਗੇ ਆ, ਉਹਨਾਂ ਨੇ ਵਾਪਸ ਲੈਣ ਦਾ ਐਲਾਨ ਕਰ ਦਿੱਤਾ ਹੈਗਾ। ਚਿਹਰੇ ਬੜੇ ਖੁਸ਼ ਹੈਗੇ ਆ, ਪਰ ਭਾਈ ਸਾਹਿਬ ਵਰਗੇ ਵੀ ਹੈਗੇ ਨੇ ਜਿਨ੍ਹਾਂ ਨੂੰ ਲੱਗਦਾ ਕਿ ਯਾਰ ਸਾਡੇ ਨਾਲ ਦੇ ਸਾਥੀ ਜਿਹੜੇ ਸੰਘਰਸ਼ ਕਰਦੇ ਸੀਗੇ ਉਹ ਇਸ ਦੁਨੀਆ ਦੇ ਉੱਪਰ ਨਹੀਂ ਰਹੇ, ਇਸ ਸੰਘਰਸ਼ ਦੀ ਭੇਟ ਚੜ੍ਹ ਗਏ। ਉਹ ਇੱਕ ਅੰਦਰ ਗਮ ਵੀ ਹੈਗਾ। ਧਾਮੀ ਸਾਹਿਬ, ਇੱਕ ਗੱਲ ਇਹ ਵੀ ਹੈਗੀ ਆ ਵੀ ਇਹ ਤੋਂ ਪਹਿਲਾਂ ਵੀ ਕਿਸਾਨ ਔਖੇ ਹੀ ਸੀਗੇ। ਹੁਣ ਆ ਨਵਾਂ ਤੇ ਵਾਧੂ ਭਾਰ ਜਿਹੜਾ ਲੱਥਾ ਸੀ, ਕੇਵਲ ਉਹੀ ਲੱਥਾ ਹੈਗਾ ਆ। ਬਾਕੀ ਜਿਹੜਾ ਪਹਿਲਾਂ ਦਾ ਭਾਰ ਜਿਹੜਾ ਹੈਗਾ ਉਹਨਾਂ ਦਾ, ਪਹਿਲਾਂ ਜਿਹੜਾ ਤੁਹਾਨੂੰ ਔਖਾ ਕੀਤਾ ਸੀ ਉਹਨਾਂ ਨੇ, ਉਹ ਤਾਂ ਹੱਲੇ ਵੀ ਜਿਉਂਦਾ ਤੇ ਉਹ ਬਰਕਰਾਰ ਹੀ ਹੈਗਾ ਆ। ਕੀ ਕਹਿਣਾ ਚਾਹੁੰਦੇ ਹੋ ਇਦਾਂ ਦੇ ਹਾਲਾਤਾਂ 'ਚ? ਦੇਖੋ, ਸੰਘਰਸ਼ ਜਿਹੜਾ ਇਹਨਾਂ ਸਰਕਾਰਾਂ ਨੇ ਸਭ ਤੋਂ ਸ਼ੁਰੂ ਕਰਵਾਇਆ, ਸ਼ੁਰੂ ਨਹੀਂ ਕੀਤਾ, ਸ਼ੁਰੂ ਕਰਵਾਇਆ ਜੀ। ਔਰ ਜਾਣਬੁੱਝ ਕੇ ਮੈਲਾਫਾਈਡ ਇੰਟੈਂਸ਼ਨ ਨਾਲ ਕਿਸਾਨਾਂ ਨੂੰ, ਸ਼ਾਂਤਮਈ ਬੈਠਿਆਂ ਨੂੰ, ਘਰਾਂ 'ਚ ਬੈਠਿਆਂ ਨੂੰ, ਖੇਤੀ ਕਰਦਿਆਂ ਨੂੰ ਕਿਰਤ ਕਰ ਉਠਾਲ ਕੇ ਦਿੱਲੀ ਵਰਗੇ ਬਾਰਡਰਾਂ ਤੇ ਲੈ ਗਏ ਜੀ। ਇਹ ਕਹਿ ਕੇ ਕਿ ਤੁਹਾਡੇ ਹੱਕ 'ਚ ਅਸੀਂ ਕਾਨੂੰਨ ਬਣਾਇਆ, ਜਦ ਕਿ ਜਦੋਂ ਇਹਨਾਂ ਦੀ ਫੋਲਾ ਫਾਲੀ ਹੋਈ ਹੈ ਸਾਰੇ ਕਾਨੂੰਨ ਸਾਡੇ ਖਿਲਾਫ ਜਾਂਦੇ ਸੀ। ਜੀ, ਜੀ, ਉਸ ਦਰਮਿਆਨ ਤੇ ਉਹ ਤੋਂ ਪਹਿਲਾਂ ਦੇ ਇਤਿਹਾਸ ਵਿੱਚ ਵੀ ਜੀ, ਵਿਸ਼ੇਸ਼ ਤੌਰ ਤੇ ਸਿੱਖੀਜ਼ਮ ਦੇ ਨਾਲ, ਸਿੱਖ ਧਰਮ ਦੇ ਸ਼ਖਸੀਅਤ ਨਾਲ ਵੀ ਜ਼ੁਲਮ ਹੁੰਦੇ ਰਹੇ ਜੀ। ਇਹਨਾਂ ਨੇ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਵੀ ਅਸੀਂ ਉਹ ਲੋਕ ਜਿਹੜੇ ਲੋਕਾਂ ਲਈ ਜੀਨੇ ਆ, ਲੋਕਾਂ ਦੇ ਹਿੱਤਾਂ ਲਈ ਕੰਮ ਕਰਦੇ ਆ, ਲੋਕਾਂ ਦੇ ਹਿੱਤਾਂ ਵਾਸਤੇ ਸਾਡੇ ਗੁਰੂ ਸਾਹਿਬਾਨਾਂ ਨੇ ਆਪਣੇ ਪਰਿਵਾਰ ਤੱਕ ਵਾਰ ਦਿੱਤੇ। ਇਹਨਾਂ ਦੇ ਧਰਮ ਨੂੰ ਬਚਾਉਣ ਲਈ ਗੁਰੂ ਤੇਗ ਬਹਾਦਰ ਜੀ ਨੇ ਸ਼ਹਾਦਤ ਦਿੱਤੀ। ਲੇਕਿਨ ਅਜੇ ਤੱਕ ਮੈਂ ਹਿੰਦੂ ਨਾ ਕਹਾਂ, ਕੁਛ ਨਾ ਕਹਾਂ, ਇਹਨਾਂ ਲੋਕਾਂ ਦੇ ਮਨ 'ਚ ਅਹਿਸਾਸ ਨਹੀਂ ਜਿਹੜੀਆਂ ਕੌਮਾਂ ਤੁਹਾਡੇ ਲਈ ਜੀਆਂ, ਜਿਨ੍ਹਾਂ ਕੌਮਾਂ ਨੇ ਆਪਣਾ ਸਾਰਾ ਕੁਝ ਤੁਹਾਡੇ ਵਾਸਤੇ ਭਲਿਓ ਮਾਨਸੋ, ਉਹਨਾਂ ਨੂੰ ਤੁਸੀਂ ਗਦਾਰ ਕਹਿੰਦੇ ਹੋ, ਆਤੰਕਵਾਦੀ ਕਹਿੰਦੇ ਹੋ, ਅਦੋਰਲਜੀਵੀ ਕਹਿੰਦੇ ਹੋ, ਪਾਕਿਸਤਾਨੀ ਕਹਿੰਦੇ ਹੋ, ਅਫਗਾਨਿਸਤਾਨੀ, ਖਰੇ ਕੀ ਕਿਹੜੇ ਨਾਮਾਂ ਨਾਲ ਤੁਸੀਂ ਜ਼ਿਕਰ ਕਰਦੇ ਹੋ। ਕੁਛ ਅਹਿਸਾਸ ਕਰੋ ਕਿ ਜਿਹੜੀ ਕੌਮ ਜਿੱਥੇ ਸੰਸਾਰ ਭਰ 'ਚ ਭੁੱਖਮਰੀ ਹੁੰਦੀ ਹੈ, ਉੱਥੇ ਸਮਾਨ ਲੈ ਕੇ ਪਹੁੰਚਦੇ ਵੀ ਆਹ ਲਓ, ਭੁੱਖੇ ਨਹੀਂ ਰਹਿਣਾ, ਤੁਸੀਂ ਖਾਓ, ਅਸੀਂ ਤੁਹਾਡੇ ਪਿੱਛੇ ਆ। ਤਾਂ ਜੇ ਉਸ ਕੌਮ ਤੁਸੀਂ ਇਹਦਾ ਤਰਸਤ ਕਰੋਗੇ, ਦੁਖੀ ਕਰੋਗੇ, ਤੇ ਗੁਰਬਾਣੀ ਨਾਲ ਜੁੜੀ ਹੋਈ ਕੌਮ, ਅੰਮ੍ਰਿਤਧਾਰੀ ਲੋਕ, ਹਰ ਵਕਤ ਅਰਦਾਸ ਕਰਕੇ ਤੁਰਨ ਵਾਲੇ ਲੋਕਾਂ ਦਾ ਕੀਤੀ ਹੋਈ ਅਰਦਾਸ ਤੁਹਾਨੂੰ ਲੈ ਡੁੱਬੂਗੀ। ਅੱਜ ਪ੍ਰਤੱਖ ਤੌਰ ਤੇ ਮੈਂ ਸਟੇਜਾਂ ਤੇ ਬੋਲਦਾ ਆਇਆ ਕਿ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਅੱਜ ਦੇ ਦਿਨ ਸਾਡੀ ਹਰੇਕ ਸਟੇਜ ਦੇ ਉੱਪਰ ਬਾਜਮਾਨ ਨੇ, ਪ੍ਰਤੱਖ ਨੇ। ਕਿਉਂ?
ਕਿਉਂਕਿ ਜੇ ਪ੍ਰਤੱਖ ਨਾ ਹੁੰਦੇ ਤਾਂ ਮੋਦੀ ਦੇ ਭਾਵੇਂ ਡੁਪਲੀਕੇਟ ਥਰੂ ਆਏ ਹੋਣ ਪਖੰਡ ਹੋਵੇ ਉਹ, ਲੇਕਿਨ ਇੱਕ ਅਹਿਸਾਸ ਤਾਂ ਹੋਇਆ ਵੀ ਮੈਂ ਲੋਕਾਂ ਨਾਲ ਧੋਖਾ ਕੀਤਾ ਸੀ, ਲੋਕਾਂ ਦੇ ਉੱਤੇ ਗਲਤ ਕਾਨੂੰਨ ਥੋਪੇ ਸੀ। ਇਸ ਕਰਕੇ ਮਾਫੀ ਮੰਗਣੀ ਪਈ ਗੁਰੂ ਨਾਨਕ ਦੇ ਪ੍ਰਕਾਸ਼ ਉਤਸਵ ਦੇ ਉੱਪਰ ਆ ਕੇ। ਪਰ ਧਾਮੀ ਜੀ ਅਹਿਸਾਸ ਮੈਨੂੰ ਲੱਗਦਾ ਨਹੀਂ ਹੋਇਆ, ਕਿਉਂਕਿ ਉਹਨੇ ਇਹ ਗੱਲ ਕਹੀ ਆ ਵੀ ਮੈਂ ਕਿਸਾਨਾਂ ਨੂੰ ਸਮਝਾਉਣ ਵਿੱਚ ਅਸੀਂ ਸਫਲ ਨਹੀਂ ਹੋਏ। ਅਹਿਸਾਸ ਨਹੀਂ ਹੋਇਆ ਉਹਨੂੰ, ਮੈਨੂੰ ਉਹਦੇ ਲਫ਼ਜ਼ ਦੇਖੋ ਨਾ, ਉਹਨੂੰ ਅਹਿਸਾਸ ਨਹੀਂ ਹੋਇਆ। ਭੁਪਿੰਦਰ ਜੀ, ਇਹ ਚਾਤਰ ਕੌਮ ਆ, ਇਹਨੇ ਹਰੇਕ ਗੱਲ ਦੇ ਦੋ ਅਰਥਾਂ 'ਚ ਗੱਲ ਕਰਨੀ ਆ। ਇੱਕ ਪਾਸੇ ਇਹ ਸਮਝਾਉਂਦੇ ਕੋਈ ਅਸੀਂ ਤੁਹਾਡੇ ਲਈ ਕਰ ਦਿੱਤਾ, ਦੂਸਰੇ ਪਾਸੇ ਇਹ ਵੀ ਕਹਿੰਦੇ ਵੀ ਅਸੀਂ ਸਮਝਾਉਣ 'ਚ ਕਾਬਲ ਨਹੀਂ, ਪਰ ਤੁਸੀਂ ਮੂਰਖ ਸੀ। ਜੇ ਤੁਸੀਂ ਏਜੰਟ ਕਹਿੰਦੇ ਹੋ, ਕਿਸਾਨਾਂ ਨੂੰ ਬੇਸਮਝ ਕਹਿੰਦੇ ਹੋ, ਉਹਨਾਂ ਤੁਸੀਂ ਤੁਹਾਡੇ ਜਿਹੜੇ IAS ਅਫੀਸਰ ਨਹੀਂ ਸਮਝ, ਤੁਹਾਡੇ ਖੇਤੀਬਾੜੀ ਮੰਤਰੀ ਨਹੀਂ ਸਮਝਾ ਸਕੇ, ਇਹਦਾ ਮਤਲਬ ਜੱਟ ਕਿਸਾਨ ਜਿਹੜੇ ਉੱਥੇ ਬੈਠੇ ਤੁਹਾਡੇ ਨਾਲੋਂ ਜ਼ਿਆਦਾ ਪੜ੍ਹੇ ਲਿਖੇ ਆ, ਜ਼ਿਆਦਾ ਸਮਝ ਵਾਲੇ ਆ। ਉਹਨਾਂ ਨੇ ਇਹ ਗੱਲ ਸਮਝ ਲਈ ਵੀ ਕਾਨੂੰਨ ਸਾਡੇ ਲਈ ਮਾੜੇ ਆ ਤੇ ਤੁਸੀਂ ਚੰਗਿਆਈ ਨਹੀਂ ਸਮਝਾ ਸਕੇ। ਮੈਨੂੰ ਲੱਗਦਾ ਕਿ ਇਹ ਵੀ ਇੱਕ ਬੜਾ ਵੱਡਾ ਸਵਾਲ ਹੈਗਾ ਨਰਿੰਦਰ ਮੋਦੀ ਹੋਰਾਂ ਨੂੰ, ਤੇ BJP ਦੇ ਹੋਰ ਵੀ ਜਿਹੜੇ ਆਗੂ ਗੱਲਬਾਤ ਨੂੰ ਸੁਣ ਰਹੇ ਨੇ ਉਹਨਾਂ ਵਾਸਤੇ ਵੀ ਇੱਕ ਸਵਾਲ ਹੈਗਾ ਕਿ ਤੁਸੀਂ ਆਹ ਵੀ ਗੱਲ ਜ਼ਰੂਰ ਕਲੀਅਰ ਕਰੋ, ਜਿਹੜੇ ਸਮਝਾਉਣ ਵਾਸਤੇ ਆਉਂਦੇ ਸੀਗੇ, ਚਾਹੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਣ, ਜ਼ਰੂਰ ਕਮੈਂਟ ਕਰਕੇ ਦੱਸਣ BJP ਦੇ ਜਿਹੜੇ ਵੱਡੇ ਲੀਡਰ ਨੇ, ਚਾਹੇ ਛੋਟੇ ਲੀਡਰ ਨੇ, ਚਾਹੇ ਉਹਨਾਂ ਦੇ ਵਰਕਰ ਨੇ, ਭਈ ਜਿਹੜੇ ਸਮਝਾਉਣ ਵਾਸਤੇ ਆਉਂਦੇ ਸੀ ਕਿ ਉਹ ਉਜੱਡ ਸੀਗੇ, ਕਿ ਉਹ ਗਵਾਰ ਸੀਗੇ, ਵੀ ਉਹਨਾਂ ਨੂੰ ਸਮਝ ਨਹੀਂ ਆਉਂਦੀ ਹੈਗੀ, ਸਮਝਾ ਨਹੀਂ ਪਾਏ ਸੀਗੇ ਉਹ ਦੇਸ਼ ਦੇ ਪ੍ਰਧਾਨ ਮੰਤਰੀ, ਕਿ ਉਹ ਗਵਾਰ ਹੈਗੇ ਆ, ਵੀ ਉਹ ਆਪਣੀ ਗੱਲ ਹੀ ਨਹੀਂ ਲੋਕਾਂ ਨੂੰ ਸਮਝਾ ਪਾਏ। ਜਾਂ ਤੁਸੀਂ ਬੋਲ ਕੇ ਦੱਸੋ ਵੀ ਤੁਹਾਨੂੰ ਵੀ ਇਹ ਲੱਗਦਾ ਹੈਗਾ ਵੀ ਕਿਸਾਨ ਨਾ ਸਮਝੋ ਆ, ਵੀ ਇਹਨਾਂ ਨੂੰ ਅਕਲ ਹੈ ਨਹੀਂ, ਇਹਨਾਂ ਨੂੰ ਸਮਝ ਹੈ ਨਹੀਂ। ਦੋਨਾਂ ਗੱਲਾਂ 'ਚ ਕੋਈ ਇੱਕ ਗੱਲ ਖੁੱਲ੍ਹ ਕੇ ਕਲੀਅਰ ਕਰਨੀ ਪਊਗੀ, ਜਾਂ ਤਾਂ ਫਿਰ ਇਹ ਗੱਲ ਕਹਿੰਦੇ ਕਿ ਸਾਡੇ ਕੋਲੋਂ ਗਲਤੀ ਹੋ ਗਈ, ਅਸੀਂ ਕਾਨੂੰਨ ਬਣਾ ਬੈਠੇ ਹਾਂ ਪਰ ਅਸੀਂ ਹੁਣ ਇਹਨੂੰ ਵਾਪਸ ਲੈ ਰਹੇ ਹਾਂ। ਇੱਕ ਗੱਲ 'ਤੇ ਤਾਂ ਆਉਂਦੇ, ਇਹ ਵੀ ਗੱਲ ਉਹਨਾਂ ਨੂੰ ਜ਼ਰੂਰ ਕਲੀਅਰ ਕਰਨੀ ਬਣਦੀ ਆ। ਖੁਣ ਜੀ, ਮੈਂ ਤੁਹਾਡੇ ਕੋਲੋਂ ਅਖੀਰਲਾ ਸਵਾਲ ਲੈਣਾ ਚਾਹੂੰਗਾ। ਤੁਸੀਂ ਗੱਲ ਆਖੀ ਸੀ ਭਈ ਇਹ ਕੰਮ ਜਿਹੜਾ ਹੈਗਾ ਵਕਤੀ ਤੌਰ ਤੇ ਜਿਹੜਾ ਸੀਗਾ ਇਹ ਤਾਂ ਕੰਮ ਹੋ ਗਿਆ, ਮਸਲਾ ਹੱਲ ਇਹ ਹੋ ਗਿਆ, ਪਰ ਸਾਡੀ ਲੜਾਈ ਲੰਬੀ ਆ, ਤੁਸੀਂ ਇਹ ਗੱਲ ਆਖੀ ਸੀ। ਇਹ ਵਕਤੀ ਤੌਰ ਵਾਲਾ ਮਸਲਾ ਹੱਲ ਹੋ ਗਿਆ, ਜਿਹੜੀ ਲੰਬੀ ਲੜਾਈ ਹੈਗੀ ਆ ਉਹ ਕੀ ਹੈਗੀ ਆ, ਔਰ ਉਹਦੇ ਨਾਲ ਕੀ ਸਾਰਾ ਕੁਝ ਠੀਕ ਹੋ ਜਾਊਗਾ? ਸਾਡੀ ਜਿਹੜੀ ਲੜਾਈ ਆ ਜੀ, ਉਹ ਹੈ ਸਾਡੇ ਗੁਰੂ ਗ੍ਰੰਥ ਸਾਹਿਬ ਲਈ, ਜੀ, ਜਿਹੜੀ ਮਹਾਰਾਜ ਦੀ ਬੇਅਬਦੀ ਹੋਈ ਆ, ਜੀ, ਥਾਂ ਥਾਂ ਮਹਾਰਾਜ ਦੇ ਪੰਨੇ ਗਲੀਆਂ 'ਚ ਰੋਲੇ ਗਏ ਆ। ਸਾਡੀ ਉਹ ਵੀ ਲੜਾਈ ਚੱਲ ਰਹੀ ਆ, ਜਿਹੜਾ ਜਿੰਨਾ ਚਿਰ ਸਾਨੂੰ ਉਹ ਵੀ ਇਨਸਾਫ ਨਹੀਂ ਮਿਲਦਾ, ਇਹ ਸਰਕਾਰਾਂ ਇਨਸਾਫ ਨਹੀਂ ਦਿੰਦੀਆਂ ਉਹਨਾਂ ਚਿਰ ਸਾਡੀ ਉਹ ਵੀ ਲੜਾਈ ਜਾਰੀ ਰਹੂਗੀ। ਨੰਬਰ 2 ਤੇ ਸਾਡੀ ਜਿਹੜੀ ਲੰਬੀ ਲੜਾਈ ਆ, ਮੈਂ ਉਹਦੇ ਬਾਰੇ ਤੁਹਾਨੂੰ ਸਪਸ਼ਟ ਕਰ ਦਿੰਦਾ। ਉਹ ਲੜਾਈ ਆ ਜਦੋਂ ਕੋ ਕੇ ਦਿੱਲੀ ਦੇ ਵਿੱਚ ਸਾਡੇ ਗਲਾਂ 'ਚ ਟਾਇਰ ਪਾ ਕੇ ਨਹੀਂ ਸਾਨੂੰ ਸਾੜ ਦਿੱਤਾ, ਸਾਡੇ ਪ੍ਰਾਣਾਂ ਤੋਂ ਪਿਆਰੇ ਹਰਿਮੰਦਰ ਸਾਹਿਬ ਨੂੰ, ਸ਼੍ਰੀ ਅਕਾਲ ਤਖਤ ਸਾਹਿਬ ਨੂੰ ਢਾਹ ਢੇਰੀ ਕਰ ਦਿੱਤਾ। ਕਦੀ ਵੀ ਸਿੱਖ ਕੌਮ ਇਹਨਾਂ 'ਚੋਂ ਵੱਖਰਾ ਨਹੀਂ ਹੋਣੀ ਚਾਹੁੰਦੀ ਸੀ। ਸਿੱਖ ਕੌਮ ਆਪਣਾ ਘਰ ਸਮਝਦੀ ਸੀ। ਸੰਤ ਬਾਬਾ ਜਰਨੈਲ ਸਿੰਘ ਜੀ ਨੇ ਇੱਕ ਗੱਲ ਆਖੀ ਸੀ ਜ਼ੋਰ ਸ਼ੋਰ ਨਾਲ, ਵੀ ਜਦੋਂ ਇਹਨੇ ਭਾਰਤੀ ਫੌਜਾਂ ਲੈ ਕੇ ਦਰਬਾਰ ਸਾਹਿਬ 'ਤੇ ਹਮਲਾ ਕਰ ਦਿੱਤਾ, ਉਸ ਟਾਈਮ ਖਾਲਿਸਤਾਨ ਦੀ ਨੀਂਹ ਰੱਖੀ ਜਾਊਗੀ। ਉਹਦੀ ਪ੍ਰਾਪਤੀ ਲਈ ਅਸੀਂ ਲਗਾਤਾਰ ਜਦੋਜਹਿਦ ਕਰ ਰਹੇ ਹਾਂ। ਅਸੀਂ ਕਿਸਾਨ ਵੀ ਹਾਂ ਤੇ ਅਸੀਂ ਆਪਣੇ ਸਿੱਖ ਕੌਮ ਦੀ ਪ੍ਰਾਪਤੀ ਲਈ ਵੀ ਜਦੋਜਹਿਦ ਕਰ ਰਹੇ ਹਾਂ। ਉਹ ਸਾਡੀ ਲੰਬੀ ਲੜਾਈ ਦਾ ਮੈਂ ਜ਼ਿਕਰ ਤਾਂ ਕਰਦਾ, ਬਹੁਤ ਮਾਤਾਵਾਂ ਆ ਜਿਨ੍ਹਾਂ ਦੇ 4-4 ਪੁੱਤ ਸੀ, 5-5 ਪੁੱਤ ਸੀ, 5-5 ਪੁੱਤ ਹੀ ਕੌਮ ਦੀ ਖਾਤਰ ਲੱਗ ਗਏ। ਉਹ ਘਰਾਂ 'ਚ ਕੱਲੀਆਂ ਮਾਤਾਵਾਂ ਬੈਠੀਆਂ। ਹੁਣ ਜੀ ਮੈਂ ਨਾ 3 ਕੁ ਦਿਨ ਪਹਿਲਾਂ ਜਾ ਕੇ ਆਇਆ, ਇੱਕ ਮਾਤਾ ਜੀ, ਮਾਤਾ ਦਲਬੀਰ ਕੌਰ, ਉਹ ਚੜ੍ਹਾਈ ਕਰ ਗਏ ਸੀਗੇ। ਉਹਨਾਂ ਦੇ 3 ਪੁੱਤ ਸੀਗੇ ਜੀ, 3 ਪੁੱਤ ਉਹਨਾਂ ਦੇ ਸ਼ਹੀਦ ਹੋ ਗਏ ਸੀਗੇ। ਪਰਮਜੀਤ ਸਿੰਘ ਪੰਮਾ, ਮਨਜਿੰਦਰ ਸਿੰਘ ਜੱਜ, ਔਰ ਇੱਕ ਉਹਨਾਂ ਦੇ ਹੋਰ ਸੀਗੇ ਸਰਦਾਰ ਅਜਮੇਰ ਸਿੰਘ, ਔਰ ਮੈਂ ਉਹਨਾਂ ਦਾ ਭਾਈ ਸੁੱਖੇ ਜਿੰਦੇ ਹੁਣਾਂ ਦੇ ਸਾਥੀ ਸੀਗੇ ਉਹ। ਔਰ ਉਹ ਆਪਣੀਆਂ ਜੇਲ੍ਹ ਚਿੱਠੀਆਂ ਵਿੱਚ ਵੀ ਜ਼ਿਕਰ ਕਰਦੇ ਨੇ 5 ਕਰੋੜ 70 ਲੱਖ ਵਾਲਾ ਜਿਹੜਾ ਡਾਕਾ ਸੀਗਾ ਲੁਧਿਆਣੇ ਵਾਲਾ, ਉਹਦੇ ਵਿੱਚ ਵੀ ਭਾਈ ਅਜਮੇਰ ਸਿੰਘ ਹੋਰੀ ਨਾਲ ਸੀਗੇ ਉਹਨਾਂ ਦੇ। ਹਾਂਜੀ, ਸੋ ਉਹ ਮਾਤਾ ਦੇ 3 ਪੁੱਤ, ਔਰ ਮੈਨੂੰ ਉਹਨਾਂ ਦੇ ਪਰਿਵਾਰ ਦੇ ਦੱਸਦੇ ਸੀ, ਉਹਨਾਂ ਦੇ ਹੋਰ 5 ਭਰਾ ਸੀਗੇ। ਉਹ ਵੱਡੇ ਭਾਈ ਸਾਹਿਬ ਦੱਸਦੇ ਸੀਗੇ ਕਿ ਸਾਨੂੰ ਆਪਣੇ ਭਰਾਵਾਂ ਦੀਆਂ ਲਾਸ਼ਾਂ ਤੱਕ ਵੀ ਦੇਖਣ ਨੂੰ ਨਹੀਂ ਮਿਲੀਆਂ, ਸੰਸਕਾਰ ਕਰਨਾ ਤਾਂ ਦੂਰ ਦੀ ਗੱਲ ਹੈਗੀ ਆ। ਮੈਂ 3-4 ਦਿਨ ਪਹਿਲੇ ਜਾ ਕੇ ਆਇਆ ਜੀ। ਬੀਤੀ ਨਾ ਉਹਨਾਂ ਨੂੰ ਪਤਾ, ਬੜੇ ਜ਼ੋਰ ਸ਼ੋਰ ਨਾਲ ਬਹੁਤ ਵਧੀਆ ਤਰੀਕੇ ਨਾਲ ਸੰਘਰਸ਼ ਲੜਿਆ ਸੀ। ਅੱਜ ਜਿਹੜੇ ਸਾਡੇ ਤੇ 3 ਕਾਨੂੰਨ ਕਾਲੇ ਲਾਏ ਸੀ ਨਾ, ਇਹ ਕਦੀ ਵੀ ਨਾ ਲੱਗਦੇ ਜੇ ਸਿੱਖ ਕੌਮ ਉਹਲਾ ਸੰਭਲ ਜਾਂਦੀ। ਤੁਹਾਨੂੰ ਲੱਗਦਾ ਕਿ ਜੇ ਕੌਮ ਉਸ ਵੇਲੇ ਸੰਤਾਂ ਨੇ ਜੇ ਕਿਹਾ ਸੀ ਵੀ ਆਜ਼ਾਦੀ ਦੇ ਰਾਹੇ ਪੈ ਜਾਓ, ਵੀ ਤੁਹਾਡਾ ਆਪਣਾ ਵੱਖਰਾ ਮੁਲਕ ਜਿਹੜਾ ਕਦੀ ਹੋਇਆ ਕਰਦਾ ਸੀ, ਵੀ ਜੇ ਉਹ ਹੁੰਦਾ ਤਾਂ ਫਿਰ ਅੱਜ ਆਹ ਦਿਨ ਨਾ ਲਿਖਣੇ ਪੈਂਦੇ, ਇੱਦਾਂ ਕਹਿਣਾ ਚਾਹੁੰਦੇ ਹੋ? 800 ਸਿੰਘ ਵੀ ਕਿਸਾਨ ਇਹ ਸ਼ਹੀਦ ਨਹੀਂ ਕਰਾਉਣਾ ਪੈਣਾ ਸੀ, ਪਰ ਉਸ ਸਮੇਂ ਸਾਡੇ ਲੋਕ ਇਸ ਗੱਲ ਨੂੰ ਮੰਨਦੇ ਨਹੀਂ ਸੀ। ਜਿਹੜਾ ਆਨੰਦਪੁਰ ਸਾਹਿਬ ਦਾ ਮਤਾ ਆ, ਜਿਹੜੇ ਬੱਧ ਘਰ ਆ,
ਜਿਹੜੇ ਜੰਮੂ ਕਸ਼ਮੀਰ ਦੇ ਨਹੀਂ ਤੋੜੇ ਆ, ਉਹ ਆਨੰਦਪੁਰ ਸਾਹਿਬ ਦਾ ਮਤਾ ਉਹ ਹੀ ਸੀ ਜੋ ਜੰਮੂ ਕਸ਼ਮੀਰ ਸੀ। ਉਹਦੇ ਵਿੱਚ ਸਾਨੂੰ ਆ ਸਾਰੇ ਜਿਹੜੇ ਸਾਰਾ ਕੁਝ ਮਿਲਦਾ ਸੀ। ਲੇਕਿਨ ਸਾਡੇ ਲੋਕ ਉਸ ਨਾਲ ਬਹੁਤ ਅਸੀਂ ਅਵੇਸਲੇ ਵੀ ਹੋ ਗਏ ਆ, ਜਿਨ੍ਹਾਂ ਦੀਆਂ ਸ਼ਹੀਦੀਆਂ ਹੋ ਗਈਆਂ ਅਸੀਂ ਅਵੇਸਲੇ ਵੀ ਰਹੇ ਆ। ਲੇਕਿਨ ਅਖੀਰੀ ਜਿਹੜਾ ਸਾਡਾ ਨਿਸ਼ਾਨਾ ਆ ਉਹ ਆਜ਼ਾਦੀ ਆ, ਕੌਮ ਦੀ ਆਜ਼ਾਦੀ ਦਾ ਨਿਸ਼ਾਨਾ ਆ। ਚਾਹੇ ਉਹਨੂੰ ਗੁਰੂ ਰਵਿਦਾਸ ਮਹਾਰਾਜ ਵਾਲਾ ਜਿਹੜਾ ਬੇਗਮਪੁਰਾ ਸ਼ਹਿਰ ਦਾ ਨਾਮ ਜਿਹੜਾ ਉਹ ਆਜ਼ਾਦੀ ਕਹਿ ਲਓ, ਚਾਹੇ ਸੰਪੂਰਨ ਸਿੱਖ ਰਾਜ ਕਹਿ ਲਓ, ਚਾਹੇ ਖਾਲਿਸਤਾਨ ਕਹਿ ਲਓ, ਜਿਹੜਾ ਮਰਜ਼ੀ ਨਾਂ ਦੇ ਲਓ, ਜਿੰਨਾ ਚਿਰ ਉਹ ਨਹੀਂ ਹੁੰਦਾ ਉਹਨਾਂ ਚਿਰ ਤੁਸੀਂ ਜੋ ਮਰਜ਼ੀ ਕਰੀ ਜਾਓ, ਉਹਨਾਂ ਚਿਰ ਜੰਗ ਲੜਨੀ ਪੈਣੀ ਆ, ਅਖੀਰ ਤੱਕ ਲੜਨੀ ਪੈਣੀ ਆ, ਲੜਦੇ ਰਹਿਣਾ ਪੈਣਾ। ਨਹੀਂ ਤਾਂ ਇਹ ਤੁਹਾਨੂੰ ਬਾਰ-ਬਾਰ ਜਿੱਦਾਂ ਕਰਕੇ ਅੱਜ ਕਾਲੇ ਕਾਨੂੰਨ ਲੈਂਦੇ, ਕੱਲ੍ਹ ਨੂੰ ਕੋਈ ਹੋਰ ਕਾਨੂੰਨ ਲਿਆ ਦੂ, ਪਰਸੋਂ ਨੂੰ ਕੋਈ ਹੋਰ ਲਿਆ ਦੂ। ਉਹ ਦਿਮਾਗ ਜਿਹੜਾ ਆ ਉਹ ਪੂਰਾ ਜਿਹੜਾ ਕਾਇਮ ਆ ਉਹਨਾਂ ਦਾ ਸ਼ਰਾਰਤੀ ਦਿਮਾਗ ਆ, ਉਹਨਾਂ ਨੇ ਦੱਬ ਕੇ ਰੱਖਣਾ ਚਾਹੁੰਦੇ ਆ। ਤੇ ਜਿਹੜੀ ਸਿੱਖ ਕੌਮ ਆ ਇਹ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਦੱਬ ਕੇ ਰਹਿਣ ਦਾ ਇਹਨਾਂ ਨੂੰ ਕੋਈ ਨਹੀਂ ਦਿੱਤਾ। ਮਹਾਰਾਜ ਨੇ ਕਿਹਾ ਅਸੀਂ ਬਿਲਕੁਲ ਚੜ੍ਹਦੀ ਕਲਾ 'ਚ ਰਹਿਣਾ, ਚੜ੍ਹਦੀ ਕਲਾ 'ਚ ਅਸੀਂ ਸੇਵਾ ਕਰਨੀ ਆ। ਇੱਥੇ ਵੀ ਤੁਸੀਂ ਦੇਖ ਲਓ ਚੜ੍ਹਦੀ ਕਲਾ ਦੇ ਸਾਰੇ ਜਿੰਨੀਆਂ ਅੰਦਰ ਉਹਨਾਂ ਸਿੰਘਾਂ ਦੀਆਂ ਵੀ ਇੱਥੇ ਨਾਲ ਤਸਵੀਰਾਂ ਲੱਗੀਆਂ ਆ, ਜਿਨ੍ਹਾਂ ਨੇ ਪਿਛਲੇ ਸਮੇਂ 'ਚ ਘਾਲਣਾ ਘਾਲੀ ਆ। ਅਸੀਂ ਤਾਂ ਕੋਈ ਵੀ ਇਸ ਟੂਰਿਸਟ ਪਲਾਜ਼ੇ 'ਤੇ ਕੋਈ ਇੱਦਾਂ ਦੇ ਮਾੜੇ ਦਿਲ ਨਾਲ ਨਹੀਂ ਸੀ ਬੈਠੇ, ਤੇ ਨਾ ਅਸੀਂ ਕੋਈ ਇੱਦਾਂ ਦਾ ਕਿਸੇ ਬੰਦੇ ਨੇ ਵੀ ਅੱਜ ਤਾਈਂ ਕਿਹਾ ਵੀ ਆਹ ਸਿੰਘਾਂ ਦੀਆਂ ਫੋਟੋ ਆ, ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀਆਂ ਆ, ਬਾਬਾ ਬੰਦਾ ਸਿੰਘ ਬਹਾਦਰ ਦੀਆਂ, ਕਿਸੇ ਬੰਦੇ ਦੇ ਮਨ 'ਚ ਨਹੀਂ ਸੀ। ਸਾਰੇ ਚੜ੍ਹਦੀ ਕਲਾ ਵਾਲੇ ਜਿੰਨੇ ਵੀ ਚੜ੍ਹਦੀ ਕਲਾ ਵਾਲੇ ਬੈਠੇ ਆ, ਸਿੱਖ ਕੌਮ ਦੇ ਸਾਰੇ ਪ੍ਰਾਪਤੀ ਜਿਹੜੀ ਸਾਨੂੰ ਚਾਹੀਦਾ ਜੋ ਕੁਛ ਉਹਲੇ ਬੈਠੇ ਆ। ਤੇ ਅਸੀਂ ਅਖੀਰਲੇ ਦਮ ਤੱਕ ਜਿੰਨੇ ਚਿਰ ਸਾਡੇ 'ਚ ਦਮ ਆ ਅਸੀਂ ਲੜਦੇ ਰਹੇ। ਅੱਜ ਇਹ ਲੜਾਈ ਮੁੱਕੀ, ਕੱਲ੍ਹ ਨੂੰ ਇਹ ਨਹੀਂ ਕੋਈ ਹੋਰ ਸ਼ੁਰੂ ਕਰ ਦੇਣੀ ਆ। ਲੜਾਈ ਤਾਂ ਰਹਿਣੀ ਆ, ਜੰਗ ਤਾਂ ਲੜਦੇ ਰਹਿਣਾ, ਅਸੀਂ ਲੜੀ ਜਾਣੀ ਆ। ਸਾਰੇ ਦੇਖ ਲਓ ਜਿੰਨੀ ਚੜ੍ਹਦੀ ਕਲਾ 'ਚ ਆ। ਤੇ ਜਿਹੜੀ ਇੱਕ ਤੁਸੀਂ ਸਵਾਲ ਕੀਤਾ ਸੀ ਵੀ ਖੁਸ਼ੀ ਦੀ, ਮਹਾਰਾਜ ਨੇ ਕਿਹਾ ਹਰ ਸੋਖ ਸੇ ਰਹੇ ਨਿਆਰਾ ਨਾ, ਇਹ ਮਹਾਰਾਜ ਦਾ। ਅਸੀਂ ਤਾਂ ਨਿਆਰੇ ਆ, ਨਿਆਰੇ ਰਹਿਣਾ। ਸਾਨੂੰ ਜਿੱਥੇ ਬਹੁਤ ਵੀ ਗੱਲ ਆਈ ਸੀ ਵੀ ਲੋਕ ਸ਼ਰਾਬਾਂ ਵੀ ਪੀਣਗੇ, ਭੰਗੜੇ ਵੀ ਪਾਉਣਗੇ, ਤੇ ਅੱਜ ਜਥੇਦਾਰ ਸਾਹਿਬ ਤੇ ਧਾਮੀ ਸਾਹਿਬ ਨੇ ਮੈਨੂੰ ਦੱਸਿਆ ਵੀ ਮੈਂ ਅੱਜ ਇੰਨਾ ਰੋਇਆ ਵੀ ਮੇਰੇ ਪਾਣੀ ਜਾਂਦਾ ਸੀ। ਫਿਰ ਰੋਏ ਕਾਹਤੇ? ਰੋਣ ਦੀ ਗੱਲ ਆਈ ਆ, ਜਿਹੜੇ ਹਿੰਦੂ ਆਏ ਮੇਰੇ ਵੀ ਅੱਖਾਂ 'ਚ ਆਏ ਸੀ। ਅਸੀਂ ਸਾਰੇ ਉਹਨਾਂ ਨੂੰ ਯਾਦ ਕਰਦੇ ਜਿਹੜੇ ਸਾਡੇ ਕੋਲ ਚਲ ਗਏ ਇਸ ਘਰ 'ਚ, ਅਸੀਂ ਉਹਨਾਂ ਨੂੰ ਵੀ ਯਾਦ ਕਰਦੇ ਹਾਂ। ਅਸੀਂ ਹੁਣ ਇੱਥੇ ਸੜਕ ਤੇ ਭੰਗੜਾ ਪਾਈਏ, ਅਸੀਂ ਨਹੀਂ ਕਰਾਂਗੇ, ਅਸੀਂ ਮਨਾਵਾਂਗੇ ਦਿਨ ਜਿੱਦਣ ਪੂਰਾ ਲਿਖਤੀ ਤੌਰ 'ਤੇ ਹੋਇਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਲਿਆ ਕੇ ਮਹਾਰਾਜ ਦਾ ਸ਼ੁਕਰਾਨਾ ਕਰਾਂਗੇ। ਮਹਾਰਾਜ ਤੇਰਾ ਸ਼ੁਕਰ ਆ। ਅੱਜ ਵੀ ਸਾਰੇ ਗੁਰਦੁਆਰਾ ਸਾਹਿਬ ਵਿੱਚ ਸ਼ੁਕਰਾਨਾ ਹੋਇਆ ਵੀ ਸ਼ੁਕਰ ਆ ਮਹਾਰਾਜ ਇਸ ਬੰਦੇ ਨੂੰ ਵੀ ਕੋਈ ਮੱਤ ਆਈ ਆ, ਜਿਨ ਸਾਨੂੰ ਸਾਡੇ ਸ਼ਹੀਦ ਕਰ ਦਿੱਤੇ ਇਹਨੇ ਅੱਜ ਤਾਈਂ। ਪਰ ਅੱਜ ਇੱਕ ਉਹਨੂੰ ਲਫ਼ਜ਼ ਹੋਰ ਕਹਿਣਾ ਚਾਹੀਦਾ ਸੀ, ਬੇਸ਼ੱਕ ਕੋਈ ਪ੍ਰਧਾਨ ਮੰਤਰੀ, ਮੈਂ ਤਾਂ ਜ਼ਰੂਰ ਕਹੂੰਗਾ ਉਹਨੂੰ ਸਿੱਖ ਜਿਹੜੇ ਕਿਸਾਨ ਸ਼ਹੀਦ ਸੀ ਇਹਨਾਂ ਬਾਰੇ ਵੀ ਅੱਜ ਉਹਨੂੰ ਬੋਲਣਾ ਚਾਹੀਦਾ ਸੀ ਵੀ ਜਿਹੜੇ ਸ਼ਹੀਦ ਚੁੱਕੇ ਆ, ਮੈਂ ਉਹਨਾਂ ਨੂੰ ਵੀ ਸ਼ਰਧਾ ਦੇ ਫੁੱਲ ਭੇਟ ਕਰਦਾ, ਕਿਉਂਕਿ ਉਹ ਸਾਡੇ ਸੀ। ਇੱਕ ਬੱਚਾ ਇੱਥੇ ਗੜ੍ਹਸ਼ੰਕਰ ਕੋਲ ਇੱਕੋ ਹੀ ਬੱਚਾ ਸੀ, ਅਮਰੀਕਾ 'ਚ ਸਾਰਾ ਪਰਿਵਾਰ ਸੀ, ਉਹ ਸ਼ਹੀਦ ਹੋਇਆ। ਇਸ ਕਰਕੇ ਅਸੀਂ ਲੜਾਈਆਂ ਦੇਖੋ ਸਾਰੇ ਖੜੇ ਆ, ਇਹ ਲੜਦੇ ਰਹਿਣਾ। ਅਸੀਂ ਜਿਹੜੀ ਸਾਨੂੰ 10ਵੇਂ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਹੋਆ, ਗੁਰੂ ਸਾਹਿਬਾਂ ਨੇ ਬਖਸ਼ਿਸ਼ ਕੀਤੀ ਆ, ਉਹ ਅਸੀਂ ਜੰਗ ਤੋਂ ਪਿੱਛੇ ਨਹੀਂ ਹਟਾਂਗੇ, ਪਰ ਸੱਚ ਤੇ ਪਹਿਰਾ ਦੇਵਾਂਗੇ। ਆ ਸੱਚ ਤੇ ਪਹਿਰਾ ਜੰਗ ਹੈਗੀ ਆ ਜਿਹੜੀ ਖਾਲਸਾ ਰਾਜ ਵਾਲੀ। ਹਾਂ, ਖਾਲਸਾ ਰਾਜ ਵਾਲੀ ਤਾਂ ਜੀ, ਖਾਲਸਾ ਰਾਜ ਤਾਂ ਸਾਡਾ ਸੀ। ਜੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆ ਜਿਹੜਾ ਖਾਲਸਾ ਰਾਜ ਸੀ, ਉਹ ਤਾਂ ਸਸਪੈਂਡ ਕੀਤਾ ਇਹ ਨਹੀਂ, ਉਹ ਬਹਾਲ ਹੋ ਸਕਦਾ। ਮੈਂ ਕਹਿੰਦਾ ਕੋਈ ਵੀ ਹੋਰ ਨਾਂ ਲਾਓ, ਮਹਾਰਾਜਾ ਰਣਜੀਤ ਸਿੰਘ ਵਾਲਾ ਰਾਜ ਜਿਹੜਾ ਸਸਪੈਂਡ ਕੀਤਾ ਆ ਉਹਨੂੰ ਬਹਾਲ ਕਰਨਾ ਪਊਗਾ। ਉੱਥੇ ਤੱਕ ਜਿਹੜੀ ਤੁਹਾਡੀ ਜੰਗ ਜਾਰੀ ਰਹੂਗੀ, ਇਹ ਕਹਿਣਾ ਤੁਸੀਂ ਚਾਹੁੰਦੇ ਹੋ? ਮੈਨੂੰ ਲੱਗਦਾ ਕਿ ਭਾਈ ਸਾਹਿਬ ਦੇ ਚਿਹਰਿਆਂ ਤੋਂ ਸਿੰਘ ਵਾਲਾ ਰਾਜ ਆ ਸਸਪੈਂਡ ਹੋਇਆ, ਉਹਦੀ ਬਹਾਲੀ ਤੱਕ ਇਹ ਸਾਰੇ ਸਿੰਘ ਲੜਦੇ ਰਹਿਣਗੇ, ਕਿਉਂਕਿ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਬਹੁਤ ਵਧੀਆ ਸੀ ਨਾ, ਸਾਰੇ ਕਹਿੰਦੇ ਬਹੁਤ ਵਧੀਆ ਸੀ, ਸਿੱਖ ਰਾਜ ਸੀ, ਤੇ ਸਿੱਖ ਰਾਜ ਤੇ ਅਸੀਂ ਲੜਦੇ ਰਹਿਣਾ। ਤੇ ਜੇ ਬੰਦਾ ਸਿੰਘ ਬਹਾਦਰ, ਇੱਥੇ ਗੱਲ ਆਉਂਦੀ ਆ ਵੀ ਜਿੱਦਣ ਬੋਤਾ ਸਿੰਘ ਤੇ ਗਰਜਾ ਸਿੰਘ ਨੇ ਲਾਤਾ ਸੀ ਟੈਕਸ, ਤੇ ਧਾਮੀ ਸਾਹਿਬ ਨੇ ਸਾਰੇ ਜਥੇਦਾਰ ਸਾਹਿਬ ਨੇ ਇੱਥੇ ਟੈਕਸ ਉਠਾ ਦਿੱਤਾ, 14 ਮਹੀਨੇ ਪਰਚੀ ਨਹੀਂ ਕੱਟਣ ਦਿੱਤੀ। ਇਹ ਵੀ ਬੰਦਾ ਸਿੰਘ ਬਹਾਦਰ ਤੇ ਆਪਣੇ ਗਰਜਾ ਸਿੰਘ ਤੇ ਬੋਤਾ ਸਿੰਘ ਦੀ ਅਸੀਂ ਸੁਲਤਾਨ ਆ ਉਹਨਾਂ ਚੋਂ ਆ, ਤਾਂ ਹੀ ਕਰ ਗਏ।
ਵਾਕਈ ਸਮੇਂ ਦੀਆਂ ਹਕੂਮਤਾਂ ਦੇ ਜਿਹੜੇ ਜੀ ਗਲਤ ਜਿਹੜੇ ਫੈਸਲੇ ਹੈਗੇ ਨੇ ਉਹਨਾਂ ਦੇ ਖਿਲਾਫ ਭਾਈ ਸਾਹਿਬ ਦਾ ਕਹਿਣਾ ਕਿ ਡਟਦੇ ਰਹੇ ਨੇ ਸਿੰਘ ਔਰ ਅੱਜ ਵੀ ਡਟਦੇ ਰਹੇ ਨੇ। ਧਾਮੀ ਸਾਹਿਬ ਮੈਨੂੰ ਲੱਗਦਾ ਕੋਈ ਸ਼ੇਰ ਦੀਆਂ ਲਾਈਨਾਂ ਬੋਲਣੀਆਂ ਚਾਹੁੰਦੇ ਨੇ, ਆਪਾਂ ਉਹਨਾਂ ਦੇ ਕੋਲ ਜ਼ਰੂਰ ਜੀ। ਸ਼ੁੱਧਤਾ ਦੀ ਜਿੱਤ ਹੋਈ ਆ, ਖਾਲਸਿਆਂ ਦੀ ਜਿੱਤ ਹੋਈ ਆ। ਸੱਚ ਫਾਂਸੀ ਚੜਿਆ ਨਹੀਂ, ਝੂਠ ਬੋਲਣ ਨੂੰ ਫਾਂਸੀ ਚੜਾਤਾ। ਕਿ ਸ਼ਾਇਰ ਕਹਿੰਦਾ, ਮੇਰੀਆਂ ਆਪਣੀਆਂ ਲਾਈਨਾਂ ਨੇ, ਕਹਿੰਦਾ ਹਰ ਮੁਸੀਬਤ ਜ਼ਿੰਦਗੀ ਦਾ ਪੰਧ ਹੈ, ਹਰ ਮੁਸੀਬਤ ਜ਼ਿੰਦਗੀ ਦਾ ਪੰਧ ਹੈ, ਹਰ ਹਨੇਰਾ ਜ਼ਿੰਦਗੀ ਦਾ ਨੂਰ ਹੈ, ਠੇਲ ਦੇ ਬੇੜੀ ਸਹਾਰੇ ਸਿਰਕ ਦੇ ਕੌਣ ਕਹਿੰਦਾ ਕਿਨਾਰਾ ਦੂਰ ਹੈ। ਅਸੀਂ ਆਪਣੇ ਕਿਨਾਰੇ ਦੂਰ ਨਹੀਂ ਹੋਣ ਦੇਣਾ। ਕੀ ਬਾਤ ਹੈ ਜੀ, ਕੌਣ ਕਹਿੰਦਾ ਕਿਨਾਰਾ ਦੂਰ ਹੈ। ਵਾਕਈ ਜਿਨ੍ਹਾਂ ਨੂੰ ਤਰਨ ਦੀ ਜਾਂਚ ਆ ਜਾਂਦੀ ਹੈ ਨਾ, ਜਿਹੜੇ ਤਰਨਾ ਜਾਣਦੇ ਨੇ ਉਹਨਾਂ ਨੂੰ ਪਤਾ ਵੀ ਕਿਨਾਰਾ ਕੋਈ ਦੂਰ ਨਹੀਂ ਹੈਗਾ। ਜਿਹੜੇ ਡੁੱਬਣ ਵਾਲੇ ਹੁੰਦੇ ਨੇ ਉਹਨਾਂ ਨੂੰ ਤਾਂ ਭਾਵੇਂ ਮੈਂ ਕਹਿੰਦਾ ਵੀ ਨੱਕ ਡੁੱਬ ਕੇ ਤੇ ਭਾਵੇਂ ਬਾਲਟੀ 'ਚ ਡੁੱਬਦੇ ਉੱਥੇ ਡੁੱਬ ਜਾਣਗੇ ਉਹ। ਵਾਕਈ ਜਿਨ੍ਹਾਂ ਨੂੰ ਕਿਨਾਰਾ ਦੀਦਾ, ਮੈਨੂੰ ਲੱਗਦਾ ਭਾਈ ਗੁਰਦੀਪ ਸਿੰਘ ਜੀ ਖੁਣ ਇਹਨਾਂ ਨੇ ਸਿਰੇ ਦੀ ਗੱਲ ਕੀਤੀ ਆ। ਮੈਨੂੰ ਲੱਗਦਾ ਕਿ ਇਹਨਾਂ ਨੇ ਉਸ ਕਿਨਾਰੇ ਦੀ ਗੱਲ ਕੀਤੀ ਆ ਵੀ ਅਸੀਂ ਨਦੀ ਨੂੰ ਪਾਰ ਕਰਕੇ ਉਸ ਕਿਨਾਰੇ ਤੇ ਅਪੜਨਾ ਹੈਗਾ ਜਿਸ ਕਿਨਾਰੇ ਦੇ ਉੱਪਰ ਜਾ ਕੇ ਲਿਖਿਆ ਹੋਇਆ ਖਾਲਸਾ ਰਾਜ, ਹਲੇਮੀ ਰਾਜ, ਉੱਥੇ ਲਿਖਿਆ ਹੋਇਆ ਬੇਗਮਪੁਰਾ ਜਾਂ ਉੱਥੇ ਲਿਖਿਆ ਹੋਇਆ ਖਾਲਿਸਤਾਨ। ਉਹਨਾਂ ਦਾ ਕਹਿਣਾ ਹੈਗਾ ਕਿ ਉੱਥੋਂ ਤੱਕ ਸਾਡੀ ਜੰਗ ਜਾਰੀ ਰਹੂਗੀ। ਜਿਹੜੇ ਆ ਕਾਲੇ ਕਾਨੂੰਨ ਰੱਦ ਹੋਏ ਨੇ, ਉਹਨਾਂ ਦਾ ਕਹਿਣਾ ਹੈਗਾ ਕਿ ਵਕਤੀ ਤੌਰ ਦੇ ਉੱਪਰ ਸਰਕਾਰ ਵੱਲੋਂ ਸਾਡੇ ਤੇ ਧੱਕੇ ਨਾਲ ਥੋਪੇ ਗਏ ਜਿਹੜੇ ਕਾਲੇ ਕਾਨੂੰਨ ਸੀਗੇ, ਅਸੀਂ ਆਪਣੀ ਮਿਹਨਤ, ਆਪਣੀ ਏਕਤਾ, ਆਪਣੇ ਦ੍ਰਿੜ ਇਰਾਦੇ ਦੇ ਸਦਕਾ ਵਾਪਸ ਕਰਵਾ ਲਏ ਆ ਔਰ ਅਕਾਲ ਪੁਰਖ ਵਾਹਿਗੁਰੂ ਜੀ ਦੀ ਕਿਰਪਾ ਦੇ ਸਦਕਾ ਸੰਭਵ ਹੋਇਆ ਹੈਗਾ। ਕੋਈ ਢੋਲ ਟਮਕੇ ਨਹੀਂ, ਕੋਈ ਇੱਦਾਂ ਦਾ ਨਹੀਂ ਹੈਗਾ। ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਦੀਵਾਨ ਸਜਾਏ ਜਾਣਗੇ ਔਰ ਉੱਥੇ ਗੁਰੂ ਮਹਾਰਾਜ ਦਾ ਸ਼ੁਕਰਾਨਾ ਕੀਤਾ ਜਾਊਗਾ। ਪਰ ਲੜਾਈ ਜਿਹੜੀ ਆ ਭਾਈ ਸਾਹਿਬ ਦਾ ਕਹਿਣਾ ਹੈਗਾ ਕਿ ਸਿਰੇ ਦੀ ਜਿਹੜੀ ਲੜਾਈ ਹੈਗੀ ਆ ਉਹ ਸਾਡੀ ਜਾਰੀ ਰਹੂਗੀ, ਉਹਨਾਂ ਚਿਰ ਜਾਰੀ ਰਹੂਗੀ ਜਿੰਨਾ ਚਿਰ ਪੰਜਾਬ ਦੀ ਧਰਤੀ ਦੇ ਉੱਪਰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਵਾਲਾ ਖੁੱਸਿਆ ਹੋਇਆ ਰਾਜ ਮੁੜ ਇੱਥੇ ਬਹਾਲ ਨਹੀਂ ਹੁੰਦਾ। ਇਹਨਾਂ ਦਾ ਕਹਿਣਾ ਹੈਗਾ ਕਿ ਉਹਨਾਂ ਚਿਰ ਇਹ ਜੰਗ ਜਾਰੀ ਰਹੂਗੀ। ਜਾਰੀ ਰਹੂਗੀ। ਧੰਨਵਾਦ ਜੀ ਸਾਰਿਆਂ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਿਹਾਲ ਸਤਿ ਸ੍ਰੀ ਅਕਾਲ।